ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਗॉड ਬਲੈਸ ਯੂ। ਪਰਮੇਸ਼ਰ ਅੱਜ ਤੁਹਾਨੂੰ ਸਾਰਿਆਂ ਨੂੰ ਆਪਣੇ ਵਚਨ ਥਾਈਂ ਦੀ ਬਰਕਤ ਦੇਵੇ। ਪ੍ਰਭੂ ਦੇ ਵੱਲੋਂ ਅੱਜ ਦਾ ਵਚਨ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਇਹ ਬੜਾ ਹੀ ਪ੍ਰੈਕਟੀਕਲ ਵਚਨ ਹੈ। ਪ੍ਰੈਕਟੀਕਲ ਮੈਂ ਤਾਂ ਕਹਿਣਾ ਹੈ ਕਿਉਂਕਿ ਤਕਰੀਬਨ ਆਪਣੇ ਸਾਰਿਆਂ ਦੇ ਜੀਵਨਾਂ ਦੇ ਵਿੱਚ ਰੋਜ਼ਾਨਾ ਐਸੀਆਂ ਗੱਲਾਂ ਜਾਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਨੂੰ ਅੱਜ ਦਾ ਵਚਨ ਲੋੜੀਂਦਾ ਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦੇ ਵਚਨ ਤੋਂ ਬਾਅਦ ਤੁਹਾਡੀ ਰੂਹਾਨੀ ਜ਼ਿੰਦਗੀ ਤਰੱਕੀ ਪ੍ਰਾਪਤ ਕਰੇਗੀ। ਮੈਂ ਵਿਸ਼ਵਾਸ ਕਰਦਾ ਕਿ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਨੂੰ ਬਰਕਤ ਦੇ ਨਾਲ ਇਸਤੇਮਾਲ ਕਰੇਗਾ ਤਾਂ ਕਿ ਪਰਮੇਸ਼ਰ ਦੀ ਮਹਿਮਾ ਹੋ ਸਕੇ ਤੇ ਦੂਜੇ ਤਰੱਕੀ ਪ੍ਰਾਪਤ ਕਰ ਸਕਣ। ਜੀ ਹਾਂ, ਸੋ ਆਓ ਅੱਜ ਆਪਾਂ ਸਿੱਧਾ ਪ੍ਰਭੂ ਦੇ ਵਚਨ ਵਿੱਚ ਜਾਵਾਂਗੇ। ਸੰਤ ਮਤੀ ਚੈਪਟਰ 5 ਵਰਸ 21 ਤੋਂ 26 ਤੱਕ ਪੜਾਂਗੇ। ਸੰਤ ਮਤੀ ਉਹਦਾ 5ਵਾਂ ਅਧਿਆਇ 21ਵੀਂ ਆਇਤ ਤੋਂ ਲੈ ਕੇ 26ਵੀਂ ਆਇਤ ਵਿੱਚ ਦੇਖਾਂਗੇ ਪ੍ਰਭੂ ਯਿਸੂ ਮਸੀਹ ਜੀ ਦੇ ਬੋਲਨੇ ਹੈ। ਪ੍ਰਭੂ ਯਿਸੂ ਮਸੀਹ ਜੀ ਨੇ ਕੀ ਆਖਿਆ ਸੀ ਇਸ ਟੌਪਿਕ ਤੇ। ਕਿਹੜੇ ਟੌਪਿਕ ਤੇ? ਗੁੱਸੇ ਦੇ ਉੱਤੇ। ਦੇਖ ਲਓ ਤੁਸੀਂ, ਗੁੱਸਾ ਜਿਹੜਾ ਆ ਉਹ ਇੰਨਾ ਖਾਸ ਟੌਪਿਕ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਵੀ ਉਹਦੇ ਉੱਤੇ ਬੋਲਣਾ ਪਿਆ, ਉਹਦੇ ਉੱਤੇ ਦੱਸਣਾ ਪਿਆ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਗੁੱਸੇ ਨੂੰ ਆਣ ਨਾ ਦਈਏ। ਬਿਲਕੁਲ ਵੀ ਨਹੀਂ। ਆਓ ਪੜਾਂਗੇ ਸੰਤ ਮਤੀ 5ਵਾਂ ਚੈਪਟਰ 21ਵੇਂ ਵਰਸ ਤੋਂ ਲੈ ਕੇ 26ਵੇਂ ਤੱਕ ਪੰਜਾਬੀ ਚ। ਜੀ ਹਾਂ, ਮੱਤੀ 5:21 ਤੋਂ 26। ਤੁਸੀਂ ਸੁਣਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ਕਤਲ ਨਾ ਕਰਨਾ। ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਤੇ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ, ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸੇ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ, ਹੇ ਮੂਰਖਾ, ਉਹ ਨਰਕ ਕੁੰਡ ਦੇ ਯੋਗ ਹੋਵੇਗਾ। ਇਸ ਲਈ ਜੇਕਰ ਤੂੰ ਪਰਮੇਸ਼ਰ ਦੇ ਨਾਂ ਤੇ ਆਪਣਾ ਚੜਾਵਾ ਚੜਾਉਣ ਲਈ ਬੇਦੀ ਤੇ ਜਾਂਦਾ ਹੈ ਅਤੇ ਉੱਥੇ ਤੈਨੂੰ ਚੇਤਾ ਆ ਜਾਂਦਾ ਹੈ ਕਿ ਤੇਰੇ ਭਰਾ ਨੂੰ ਤੇਰੇ ਵਿਰੁੱਧ ਕੁਝ ਗਿਲਾ ਹੈ, ਤਾਂ ਤੂੰ ਆਪਣਾ ਚੜਾਵਾ ਉੱਥੇ ਬੇਦੀ ਦੇ ਸਾਹਮਣੇ ਰੱਖ ਦੇ ਅਤੇ ਤੁਰੰਤ ਪਹਿਲਾਂ ਜਾ ਕੇ ਉਸ ਨਾਲ ਮੇਲ ਕਰ ਅਤੇ ਫਿਰ ਆ ਕੇ ਆਪਣਾ ਚੜਾਵਾ ਚੜਾ। ਜੇਕਰ ਕੋਈ ਤੇਰੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ, ਜਦੋਂ ਕਿ ਤੁਸੀਂ ਦੋਵੇਂ ਅਜੇ ਅਦਾਲਤ ਦੇ ਰਾਹ ਵਿੱਚ ਹੀ ਹੋ। ਨਹੀਂ ਤਾਂ ਉਹ ਤੈਨੂੰ ਜੱਜ ਦੇ ਹਵਾਲੇ ਕਰ ਦੇਵੇਗਾ ਅਤੇ ਜੱਜ ਤੈਨੂੰ ਪੁਲਿਸ ਦੇ ਹਵਾਲੇ। ਇਸ ਤਰ੍ਹਾਂ ਫਿਰ ਤੂੰ ਕੈਦ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਯਾਦ ਰੱਖ, ਫਿਰ ਤੂੰ ਉਸ ਸਮੇਂ ਤੱਕ ਨਹੀਂ ਛੁੱਟ ਸਕੇਗਾ ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ। ਜ਼ਬਰਦਸਤ ਵਰਸ ਹੈਗੇ ਨੇ ਇਹ ਭਰਾਵੋ ਤੇ ਭੈਣੋ। ਗੁੱਸੇ ਦਾ ਕੰਪੈਰੀਜ਼ਨ ਕੀਤਾ ਜਾਂਦਾ ਆ ਉਸ ਦੇ ਨਾਲ ਜਿਹੜਾ ਕਿਸੇ ਦਾ ਕਤਲ ਕਰ ਦਿੰਦਾ। ਗੁੱਸਾ ਜਿਹੜਾ ਆ ਪਰਮੇਸ਼ਰ ਨੂੰ ਭਾਉਂਦਾ ਨਹੀਂ ਆ। ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਨਾਮ ਉੱਚਾ ਕਰਨਾ ਚਾਹੁੰਦੇ ਆ, ਪਰਮੇਸ਼ਰ ਨੂੰ ਪਲੀਜ਼ ਕਰਨਾ ਚਾਹੁੰਦੇ ਆ, ਰੱਬ ਨੂੰ ਪ੍ਰਸੰਨ ਕਰਨਾ ਚਾਹੁੰਦੇ ਆ, ਤਾਂ ਕਿਸੇ ਵੀ ਹਾਲਤ ਵਿੱਚ ਗੁੱਸਾ ਗਿਲਾ ਆਪਣੇ ਜੀਵਨ ਦੇ ਵਿੱਚ ਆਣ ਨਾ ਦਿਓ। ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਲੀਅਰਲੀ। ਇਹ ਦਰਅਸਲ ਗੁੱਸੇ ਦੀ ਗੱਲ ਹੁੰਦੀ ਆ, ਇਹ ਇੱਕ ਪੂਰਾ ਹੀ ਸੈੱਟ ਆ। ਇੱਕ ਸੈੱਟ ਆ ਜਿਹਦੇ ਵਿੱਚ ਗੁੱਸੇ ਦੀਆਂ ਚੀਜ਼ਾਂ ਆ ਜਾਂਦੀਆਂ। ਗੁੱਸਾ ਆ ਗਿਆ, ਗਿਲਾ ਆ ਗਿਆ, ਕੜਵਾਹਟ ਆ ਗਈ ਤੇ ਬਿਟਰਨੈਸ ਵਗੈਰਾ ਆ ਗਈ, ਹੈ ਨਾ। ਸੋ ਇਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਆਪਾਂ ਨੂੰ ਇਫੀਸ਼ੀਅਨ ਚੈਪਟਰ 4 ਦੇ ਵਿੱਚ ਲਿਖੀਆਂ ਹੋਈਆਂ ਨੇ 31ਵੇਂ ਵਰਸ ਦੇ ਵਿੱਚ, ਜਿੱਥੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਗੁੱਸੇ ਗਿਲੇ ਨੂੰ, ਕਰਵਾਹਟ ਨੂੰ, ਚੀਕਾਂ ਚੁੱਕਾਂ ਨੂੰ ਤੇ ਉੱਚੀ ਬੋਲਣ ਨੂੰ ਤੇ ਲੜਾਈ ਨੂੰ, ਨਫ਼ਰਤ ਨੂੰ ਥਾਂ ਨਾ ਦੇਵੋ। ਤੇ ਉਹਦੇ ਬਾਅਦ ਦੇ ਵਿੱਚ ਹੀ 32ਵੇਂ ਵਰਸ ਦੇ ਵਿੱਚ ਲਿਖਿਆ ਹੋਇਆ ਹੈਗਾ ਆ ਕਿ ਇੱਕ ਦੂਜੇ ਦੇ ਨਾਲ ਤੁਸੀਂ ਬੜੀ ਹੰਬਲੀ ਵਿਵਹਾਰ ਕਰੋ ਤੇ ਤੁਸੀਂ ਇੱਕ ਦੂਜੇ ਨੂੰ ਮਾਫ ਕਰੋ, ਹੈ ਨਾ। ਸੋ ਪੜਾਂਗੇ ਆਪਾਂ ਇਫੀਸ਼ੀਅਨ ਚੈਪਟਰ 4 ਵਰਸ 31 ਐਂਡ 32 ਦੇ ਵਿੱਚ ਦੇਖਾਂਗੇ ਕਿ ਪਰਮੇਸ਼ਰ ਦਾ ਵਚਨ ਕੀ ਆਖਦਾ ਹੈਗਾ ਆ ਇਹਦੇ ਵਾਸਤੇ। ਜੀ ਹਾਂ, ਆਪਸੀਆਂ ਚੈਪਟਰ 4 ਵਰਸ 31 ਤੇ 32। ਸਭ ਤਰ੍ਹਾਂ ਦੇ ਕੌੜੇਪਣ
ਜਲਦਬਾਜ਼ੀ, ਗੁੱਸਾ, ਝਗੜੇ ਅਤੇ ਨਿੰਦਾ ਨੂੰ ਆਪਣੇ ਤੋਂ ਦੂਰ ਕਰੋ। ਗੱਲ ਕੀ, ਹਰ ਬੁਰਾਈ ਤੋਂ ਦੂਰ ਰਹੋ। ਇਹਨਾਂ ਸਭ ਦੀ ਥਾਂ ਇੱਕ ਦੂਜੇ ਤੇ ਦਇਆ ਅਤੇ ਤਰਸ ਕਰੋ। ਇੱਕ ਦੂਜੇ ਨੂੰ ਮਾਫ਼ ਕਰੋ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਮਾਫ਼ ਕੀਤਾ ਹੈ। ਇਹਦੇ ਵਿੱਚ ਇੱਕ ਖਾਸ ਵਰਸ, ਇਸ ਵਰਸ ਦੇ ਵਿੱਚ ਖਾਸ ਵਰਡ ਯੂਜ਼ ਕੀਤਾ ਗਿਆ, ਕੜਵਾਹਟ। ਜਿਹੜੀ ਕੜਵਾਹਟ ਹੈਗੀ ਆ ਉਹ ਦਰਅਸਲ ਗੁੱਸੇ ਗਿਲੇ ਦੀ ਜੜ ਆ। ਜਦੋਂ ਬੰਦੇ ਨੂੰ ਕੋਈ ਚੀਜ਼ ਦੇ ਵਿੱਚ ਸੱਟ ਲੱਗਦੀ ਆ, ਕਿਸੇ ਨੂੰ ਕੁਝ ਕਹਿਤਾ, ਕਿਸੇ ਨੇ ਕੁਝ ਕਰਤਾ, ਕਿਸੇ ਨੂੰ ਕੁਝ ਬੋਲਤਾ, ਕਿਸੇ ਨੇ ਗਲਤ ਨਾਲ ਤਰੀਕੇ ਨਾਲ ਦੇਖ ਲਿਆ, ਉਹਦੇ ਦਿਲ ਨੂੰ ਸੱਟ ਲੱਗੀ ਤੇ ਉਹ ਕੜਵਾਹਟ ਨੂੰ ਥਾਂ ਦੇ ਦੇਵੇ ਤਾਂ ਕਿ ਬਿਟਰਨੈਸ ਬੰਦੇ ਦੇ ਦਿਲ ਵਿੱਚ ਆ ਜਾਏ। ਤੋ ਬਿਟਰਨੈਸ ਇੱਕ ਐਸੀ ਜੜ ਆ ਜਿਹਦੇ ਵਿੱਚੋਂ ਫਿਰ ਸਾਰਾ ਤੁਹਾਡਾ ਗੁੱਸਾ ਨਿਕਲਦਾ, ਤੁਹਾਡਾ ਗਿਲਾ ਨਿਕਲਦਾ, ਤੁਹਾਡੀ ਨਫ਼ਰਤ ਨਿਕਲਦੀ ਆ, ਤੇ ਤੁਹਾਡੀਆਂ ਕਹਿ ਲਓ ਕਿ ਚੀਕਾਂ ਨਿਕਲਦੀਆਂ ਨੇ, ਤੇ ਉਹਦੇ ਵਿੱਚ ਤੁਹਾਡੇ ਗਲਤ ਸ਼ਬਦ ਮੂੰਹ ਦੇ ਵਿੱਚੋਂ ਤੁਸੀਂ ਕਰਸ ਕਰਨਾ ਸ਼ੁਰੂ ਕਰ ਦਿੰਦੇ ਹੋ, ਗਲਤ ਬੋਲਣਾ ਸ਼ੁਰੂ ਕਰ ਦਿੰਦੇ ਹੋ, ਗਲਤ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਉਹਨਾਂ ਦੇ ਖਿਲਾਫ, ਲੋਕਾਂ ਦੇ ਖਿਲਾਫ। ਸੋ ਇਹ ਸਾਰਾ ਕਹਿ ਲਓ ਇੱਕ ਪੈਕੇਜ ਵਿੱਚ ਆ ਜਾਂਦਾ, ਗੁੱਸੇ ਗਿਲੇ ਦੇ ਵਿੱਚ ਆਉਂਦਾ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਲੀਅਰਲੀ ਕਿ ਭਰਾਵੋ ਤੇ ਭੈਣੋ, ਕਿਸੇ ਵੀ ਹਾਲਤ ਵਿੱਚ ਆਪਾਂ ਗੁੱਸੇ ਗਿਲੇ ਨੂੰ, ਨਫ਼ਰਤ ਨੂੰ, ਕਰਵਾਹਟ ਨੂੰ, ਚੀਕਾਂ ਚੁੱਕਾਂ ਨੂੰ ਥਾਂ ਨਾ ਦਈਏ। ਬਚਨ 'ਚ ਲਿਖਿਆ ਜਿਹੜੇ ਪਰਮੇਸ਼ਰ ਦੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਤੇ ਬਲਕਿ ਇਹ ਅਗਲਾ ਵਰਸ ਜਿਹੜਾ ਆਪਾਂ ਪੜ੍ਹਿਆ, ਵਰਸ 32ਵਾਂ, ਉਹਦੇ ਵਿੱਚ ਕਲੀਅਰਲੀ ਲਿਖਿਆ ਗਿਆ ਵੀ ਇੱਕ ਦੂਸਰੇ ਨਾਲ ਤੁਸੀਂ ਇੱਦਾਂ ਦਾ ਵਿਵਹਾਰ ਕਰੋ, ਪਿਆਰ ਵਾਲਾ ਵਿਵਹਾਰ ਕਰੋ। ਇੱਕ ਦੂਜੇ ਨਾਲ ਤੁਸੀਂ ਹੰਬਲੀ ਵਿਵਹਾਰ ਕਰੋ, ਇੱਕ ਦੂਸਰੇ ਨਾਲ ਬੜੇ ਰਿਸਪੈਕਟਫੁਲ, ਬੜੇ ਪਿਆਰ ਦੇ ਨਾਲ, ਬੜੇ ਡੈਲੀਕੇਟ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਤੁਸੀਂ ਵਿਵਹਾਰ ਕਰੋ, ਹੈ ਨਾ, ਇੱਕ ਦੂਸਰੇ ਨੂੰ। ਕਿਉਂਕਿ ਯਾਦ ਰੱਖੋ, ਸਾਰੇ ਜਿਹੜੇ ਭੈਣ ਭਰਾ ਹੈਗੇ ਨੇ ਉਹ ਭਾਵੇਂ ਉਹ ਉਮਰ 'ਚ ਵੱਡੇ ਹੋਣ ਆਪਾਂ ਤੋਂ ਜਾਂ ਉਮਰ 'ਚ ਛੋਟੇ ਹੋਣ, ਯਾਦ ਰੱਖੋ ਪ੍ਰਭੂ ਯਿਸੂ ਮਸੀਹ ਜੀ ਦੇ ਵਿਸ਼ਵਾਸੀ ਨੇ, ਬੱਚੇ ਨੇ, ਤੇ ਆਪਣਾ ਫਰਜ਼ ਬਣਦਾ ਹੈ ਸਾਰਿਆਂ ਦਾ ਕਿ ਆਪਾਂ ਸਭ ਨੂੰ ਇਸ ਤਰ੍ਹਾਂ ਟਰੀਟ ਕਰੀਏ, ਉੱਚਾ ਟਰੀਟ ਕਰੀਏ, ਆਪਾਂ ਸਭ ਨੂੰ ਬੜੀ ਰਿਸਪੈਕਟਫੁਲੀ ਟਰੀਟ ਕਰੀਏ ਇੱਕ ਦੂਸਰੇ ਨੂੰ। ਤੇ ਬੱਚੇ ਕਹਿੰਦਾ ਸਭ ਨੂੰ ਮਾਫ਼ ਕਰੋ। ਕੋਈ ਵੱਡਾ ਤੁਹਾਨੂੰ ਕੁਛ ਕਹਿ ਦਿੰਦਾ, ਕੋਈ ਛੋਟਾ ਤੁਹਾਨੂੰ ਕਹਿ ਦਿੰਦਾ, ਤੁਸੀਂ ਮਾਫ਼ ਕਰੋ। ਵਚਨ ਦੱਸਦਾ ਆ ਕਿ ਮਾਫ਼ ਕਰਨ ਦੇ ਵਿੱਚ ਪਰਮੇਸ਼ਰ ਪ੍ਰਸੰਨ ਹੁੰਦਾ ਆ, ਮਾਫੀ ਮੰਗਣ ਦੇ ਵਿੱਚ ਪਰਮੇਸ਼ਰ ਹੋਰ ਵੀ ਜ਼ਿਆਦਾ ਪ੍ਰਸੰਨ ਹੁੰਦਾ ਹੈ। ਆਮੀਨ। ਹਾਂ, ਬਰਕਤ ਵਾਲਾ ਜਿਹੜਾ ਮਾਫ ਕਰ ਦਿੰਦਾ, ਲੇਕਿਨ ਜਿਹੜਾ ਮਾਫੀ ਮੰਗਦਾ ਉਹ ਤੋਂ ਵੀ ਜ਼ਿਆਦਾ ਬਰਕਤ ਵਾਲਾ ਜਿਹੜਾ ਮਾਫੀ ਮੰਗਦਾ ਕਿ ਮੈਨੂੰ ਮਾਫ ਕਰ ਦੇ। ਦੇਖੋ, ਰੱਬ ਨੇ ਆਪਣੇ ਪਾਪ ਮਾਫ ਕਰਤੇ, ਲੇਕਿਨ ਉਹ ਤੋਂ ਬਰਕਤ ਵਾਲੇ ਆਪਾਂ ਬਣਨੇ ਨੇ, ਕਿਉਂਕਿ ਆਪਾਂ ਰੱਬ ਤੋਂ ਮਾਫੀ ਮੰਗਦੇ ਹਾਂ। ਪਰਮੇਸ਼ਰ ਪਿਤਾ ਮੇਰੇ ਪਾਪ ਮਾਫ ਕਰ ਦੇ, ਮੈਂ ਪਾਪੀ ਇਨਸਾਨ, ਮੇਰੇ ਪਾਪ ਮਾਫ ਕਰ ਦੇ। ਮਾਫੀ ਮੰਗਣੀ ਜਿਹੜੀ ਆ ਉਹ ਮਾਫ ਕਰਨ ਤੋਂ ਵੀ ਵੱਧ ਕੇ ਆ, ਪ੍ਰਭੂ ਦਾ ਵਚਨ ਆਪਾਂ ਨੂੰ ਸਿਖਾਉਂਦਾ ਹੈਗਾ। ਸੋ ਪ੍ਰਭੂ ਦੇ ਵੱਲੋਂ ਜਦੋਂ ਹੁਣ ਆਪਾਂ ਗੁੱਸੇ ਦੀ ਗੱਲ ਕਰ ਰਹੇ ਹੈਗੇ ਆ, ਹੈ ਨਾ, ਪਹਿਲੀ ਗੱਲ ਤਾਂ ਇਹ ਆ ਕਿ ਬੰਦਾ ਕਿਉਂ ਗੁੱਸੇ ਹੋ ਜਾਂਦਾ, ਕਾਹਤੋਂ ਗੁੱਸਾ ਕਰਦਾ ਬੰਦਾ, ਕਾਹਤੋਂ ਨਾਰਾਜ਼ ਹੋ ਜਾਂਦਾ ਬੰਦਾ। ਜਦੋਂ ਮੈਂ ਬੰਦੇ ਦੀ ਗੱਲ ਕਰਦਾ, ਮੈਂ ਇਕੱਲੇ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ, ਨਾਲ ਭੈਣਾਂ ਦੀ ਵੀ ਗੱਲ ਕਰ ਰਿਹਾ ਹਾਂ, ਇਕੱਠੇ ਨੇ ਸਾਰੇ ਵਿੱਚ, ਇੱਕ ਟੋਲੀ ਦੇ ਵਿੱਚ ਨੇ। ਇਨਸਾਨ ਕਾਹਤੋਂ ਗੁੱਸਾ ਹੋ ਜਾਂਦਾ, ਕਾਹਤੋਂ ਨਾਰਾਜ਼ ਹੋ ਜਾਂਦਾ। ਦੇਖੋ ਤੁਸੀਂ ਜਾਣਦਾ, ਜਦੋਂ ਕੋਈ ਇਨਸਾਨ ਉਸ ਸੱਚੇ ਪਰਮਾਤਮਾ ਨੂੰ ਆਪਣਾ ਮਾਲਿਕ ਨਾ ਮੰਨੇ, ਇਨਸਾਨ ਸੋਚੇ ਕਿ ਮੇਰੇ ਜ਼ੋਰ ਨਾਲ, ਮੇਰੀ ਪੜ੍ਹਾਈ ਨਾਲ, ਮੇਰੀ ਅਕਲ ਨਾਲ, ਮੇਰੇ ਪੈਸੇ ਨਾਲ, ਮੇਰੇ ਨਾਮ ਨਾਲ ਮੈਂ ਕੁਛ ਕਰ ਲਾਂਗਾ ਆਪਣੇ ਜੀਵਨ ਦੇ ਵਿੱਚ, ਨਹੀਂ, ਉਦੋਂ ਫਿਰ ਜਦੋਂ ਉਹਦੀਆਂ ਚੀਜ਼ਾਂ ਬਣਦੀਆਂ ਨਹੀਂ ਗੀਆਂ, ਉਹਦਾ ਜ਼ੋਰ ਲਾਇਆ ਵਿਅਰਥ ਹੋ ਜਾਂਦਾ ਆ, ਉਹਦੇ ਕੰਮ ਕੀਤੇ ਵਿਅਰਥ ਹੋ ਜਾਂਦੇ ਨੇ, ਉਹਨੇ ਜੋ ਕੁਛ ਵੀ ਕੀਤਾ ਉੱਥੇ ਫਿਰ ਬੰਦਾ ਗੁੱਸਾ ਹੋ ਜਾਂਦਾ ਹੈ, ਕਿਉਂਕਿ ਉਹਦੀ ਕੰਮ ਨਹੀਂ ਬਣ ਰਹੇ, ਕਿਉਂਕਿ ਉਹਨੇ ਬਥੇਰਾ ਜ਼ੋਰ ਲਾਇਆ, ਉਹਨੇ ਬਥੇਰੀ ਪੜ੍ਹਾਈ ਕਰ ਲਈ, ਕਿਉਂਕਿ ਉਹਨੇ ਬਥੇਰੇ ਪਾਸੇ ਹੱਥ ਪੈਰ ਮਾਰ ਲਏ, ਉਹਦੇ ਕੰਮ ਨਹੀਂ ਬਣ ਰਹੇ, ਉਹਦੇ ਕੰਮ ਨਹੀਂ ਬਣ ਰਹੇ, ਉਹਦੇ ਕੰਮ ਨੇ ਫਿਰ ਬੰਦਾ ਗੁੱਸਾ ਹੋ ਜਾਂਦਾ ਹੈ, ਗੁੱਸਾ ਕਰਦਾ, ਫਿਰ ਗੁੱਸਾ ਕਰਦਾ, ਰੱਬ ਦੇ ਖਿਲਾਫ ਗੁੱਸਾ ਕਰਦਾ, ਇਨਸਾਨਾਂ ਦੇ ਨਾਲ ਗੁੱਸਾ ਕਰਦਾ, ਘਰ ਵਾਲਿਆਂ ਦੇ ਨਾਲ ਗੁੱਸਾ ਕਰਦਾ, ਕੰਮ 'ਚ ਗੁੱਸਾ ਦਿਖਾਉਂਦਾ ਹੈ ਆਪਣਾ। ਉਹ ਜਿਹੜਾ ਗੁੱਸਾ ਆਇਆ, ਤਾਂ ਗੁੱਸਾ ਆਇਆ ਕਿਉਂਕਿ ਉਹ ਇਨਸਾਨ ਜਿਹੜਾ ਉਹ ਪਰਮੇਸ਼ਰ ਪਿਤਾ ਨੂੰ ਹਜੇ ਉਹਨੇ ਆਪਣਾ ਮਾਲਿਕ ਨਹੀਂ ਮੰਨਿਆ। ਯਾਨੀ ਕਿ ਪਰਮੇਸ਼ਰ ਪਿਤਾ ਜਿਹੜਾ ਆ, ਰੱਬ ਜੋ ਆ, ਉਹ ਆਪਣਾ ਲੋਰਡ ਆ, ਉਹ ਆਪਣਾ ਪ੍ਰਭੂ ਆ। ਪਰਮੇਸ਼ਰ ਦੀ ਜਿਹੜੀ ਪ੍ਰਭੂਤਾ ਆ ਉਹ ਆਪਾਂ ਕਬੂਲ ਨਹੀਂ ਕੀਤੀ। ਇਹ ਨਹੀਂ ਮੰਨਿਆ ਕਿ ਆਪਣੇ ਜੀਵਨ ਦੇ ਵਿੱਚ, ਮੇਰੇ ਜੀਵਨ ਦੇ ਵਿੱਚ ਕੁਝ ਨਹੀਂ ਹੋ ਸਕਦਾ ਜੇ ਪਰਮੇਸ਼ਰ ਅਲਾਉ ਨਾ ਕਰੇ। ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਮੇਰੇ ਜੀਵਨ 'ਚ ਕੁਝ ਨਹੀਂ ਹੋ ਸਕਦਾ। ਤੇ ਪ੍ਰਭੂ ਦੇ ਬਣੋ ਉਹ ਇਨਸਾਨ ਜਿਹੜਾ ਇਹ ਮੰਨ ਲੈਂਦਾ ਆ, ਜਿਹੜਾ ਇਹ ਸਮਝ ਲੈਂਦਾ ਆ ਕਿ ਪਰਮੇਸ਼ਰ ਉਹਦਾ ਰੱਬ ਆ ਤੇ ਉਹ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ, ਉਹ ਇਨਸਾਨ ਕਿਸੇ ਵੀ ਹਾਲਤ ਵਿੱਚ ਗੁੱਸੇ ਨਹੀਂ ਹੋਵੇਗਾ।
ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹ ਦੱਸਦਾ ਹੈਗਾ ਕਲੀਅਰਲੀ ਪ੍ਰਾਪਤ ਕਰੋ। ਸੋ ਆਪਾਂ ਇਹ ਕਹਿ ਸਕਦੇ ਹਾਂ, ਇਹਦਾ ਮਤਲਬ ਹੈ ਜਿੰਨਾ ਕੁਝ ਵੀ ਆਪਣੇ ਜੀਵਨ 'ਚ ਹੁੰਦਾ ਆ, ਜੋ ਕੁਝ ਵੀ ਆਪਣੇ ਜੀਵਨ 'ਚ ਹੋ ਰਿਹਾ ਆ, ਜਾਂ ਜੋ ਕੁਝ ਵੀ ਆਪਣੇ ਜੀਵਨ 'ਚ ਹੁੰਦਾ ਆ, ਇਹ ਸਾਰੇ ਪਰਤਿਆਵੇ ਨੇ, ਇਹ ਸਾਰੇ ਟੈਸਟ ਨੇ। ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹ ਟੈਸਟ ਨੇ, ਜਿਹੜੀਆਂ ਸਿਚੁਏਸ਼ਨਸ ਆ ਰਹੀਆਂ ਨੇ ਉਹ ਟੈਸਟ ਨੇ, ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਟੈਸਟ ਨੇ। ਕਿਹਦੇ ਲਈ ਟੈਸਟ ਨੇ? ਕਿਉਂ ਆ ਰਹੇ ਨੇ ਟੈਸਟ? ਵੀ ਇਹ ਸਾਡੇ ਈਮਾਨ ਨੂੰ ਤਕੜਾ ਕਰਨ ਦੇ ਵਾਸਤੇ, ਸਾਡੇ ਫੇਥ ਨੂੰ ਵਧਾਉਣ ਦੇ ਵਾਸਤੇ, ਸਾਡਾ ਈਮਾਨ ਪੱਕਾ ਕਰਨ ਦੇ ਵਾਸਤੇ। ਬਾਰ-ਬਾਰ ਆਪਣੀ ਜ਼ਿੰਦਗੀ ਦੇ ਵਿੱਚ ਟੈਸਟ ਆਉਣੇ। ਕੀ ਚਾਹੁੰਦਾ ਪ੍ਰਭੂ ਜਾਣਨਾ? ਪ੍ਰਭੂ ਚਾਹੁੰਦਾ ਇਹ ਜਾਣਨਾ ਕਿ ਤੁਸੀਂ ਉਹਦੀ ਪ੍ਰਭੂਤਾ ਨੂੰ, ਕਿ ਤੁਸੀਂ ਉਹਦੀ ਪਰਮੇਸ਼ਰ ਦੀ, ਕਿ ਪਰਮੇਸ਼ਰ ਤੁਹਾਡਾ ਰੱਬ ਆ, ਪਰਮੇਸ਼ਰ ਤੁਹਾਡਾ ਪ੍ਰਭੂ ਆ, ਹੀ ਇਜ਼ ਆਵਰ ਲਾਰਡ, ਉਹ ਆਪਣਾ ਮਾਲਕ ਆ, ਕਿ ਤੁਸੀਂ ਸਮਝ ਲਿਆ ਕਿ ਉਹਦੀ ਮਰਜ਼ੀ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ। ਜੇ ਤੁਸੀਂ ਇਹ ਸਮਝ ਲਿਆ, ਜਿਹੜੇ ਇਨਸਾਨ ਨੇ ਸਮਝ ਲਿਆ, ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਪ੍ਰਤਿਆਵਾ ਆਉਂਦਾ, ਉਹਦੀ ਜ਼ਿੰਦਗੀ 'ਚ ਕੋਈ ਟੈਸਟ ਆਉਂਦਾ, ਉਹਦੀ ਜ਼ਿੰਦਗੀ 'ਚ ਕੋਈ ਸਿਚੁਏਸ਼ਨ ਆਉਂਦਾ, ਉਹ ਪਤਾ ਕੀ ਕਹਿੰਦਾ? ਡੋਂਟ ਵਰੀ, ਆਲ ਇਜ਼ ਵੈਲ, ਸਭ ਕੁਝ ਠੀਕ ਹੋਏਗਾ, ਕਿਉਂਕਿ ਮੇਰਾ ਪਰਮੇਸ਼ਰ ਇਸ ਲਾਇਕ ਆ ਕਿ ਮੇਰੀ ਹਰ ਸਿਚੁਏਸ਼ਨ ਦੇ ਵਿੱਚ ਮੈਨੂੰ ਜਿੱਤ ਦੇਵੇ, ਮੇਰੀ ਹਰ ਪ੍ਰੋਬਲਮ ਦੇ ਵਿੱਚ ਮੈਨੂੰ ਜਿੱਤ ਦੇਵੇ, ਮੇਰੀ ਹਰ ਦਰਦ ਵਿੱਚ ਮੈਨੂੰ ਜਿੱਤ ਦੇਵੇ। ਆਮੀਨ। ਤੇ ਉਹ ਇਨਸਾਨ ਆਪਣੇ ਜ਼ੋਰ ਦੇ ਨਾਲ ਉਸ ਸਿਚੁਏਸ਼ਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਰੱਬ ਤੇ ਭਰੋਸਾ ਕਰਦਾ। ਤੇ ਉਹ ਇਨਸਾਨ ਗੁੱਸਾ ਨਹੀਂ ਹੁੰਦਾ, ਉਹ ਇਨਸਾਨ ਗੁੱਸੇ ਨੂੰ ਥਾਂ ਨਹੀਂ ਦਿੰਦਾ, ਉਹ ਇਨਸਾਨ ਗੁੱਸੇ ਗਿਲੇ ਨੂੰ ਥਾਂ ਨਹੀਂ ਦਿੰਦਾ। ਲੇਕਿਨ ਜਦੋਂ ਬੰਦਾ ਆਪਣੇ ਜ਼ੋਰ ਨਾਲ, ਜਦੋਂ ਬੰਦਾ ਆਪਣੀ ਅਕਲ ਨਾਲ, ਜਦੋਂ ਬੰਦਾ ਆਪਣੇ ਦਬਕੇ ਨਾਲ, ਜਦੋਂ ਬੰਦਾ ਆਪਣੀ ਕੋਸ਼ਿਸ਼ ਨਾਲ ਚੀਜ਼ਾਂ ਕਰਨਾ ਚਾਹੁੰਦਾ ਆ, ਚੀਜ਼ਾਂ ਸੁਧਾਰਨਾ ਚਾਹੁੰਦਾ ਆ, ਚੀਜ਼ਾਂ ਬਦਲਣੀਆਂ ਚਾਹੁੰਦਾ ਆ, ਪ੍ਰੋਬਲਮ ਸੋਲਵ ਕਰਨਾ ਚਾਹੁੰਦਾ, ਸਿਚੁਏਸ਼ਨ ਸੋਲਵ ਕਰਨਾ ਚਾਹੁੰਦਾ, ਉਹ ਹੁੰਦੀਆਂ ਨਹੀਂ ਗੀਆਂ, ਫਿਰ ਬੰਦਾ ਗੁੱਸਾ ਮਾਰਦਾ ਹੈ, ਫਿਰ ਬੰਦੇ ਦਾ ਪਾਰਾ ਜਿਹੜਾ ਆ ਉਹ ਦੌੜਨਾ ਸ਼ੁਰੂ ਹੋ ਜਾਂਦਾ, ਉਹ ਗੁੱਸੇ 'ਚ ਆ ਜਾਂਦਾ, ਉਹ ਗਿਲੇ 'ਚ ਆ ਜਾਂਦਾ ਹੈ। ਉਹਦੇ ਨਾਲ ਫਿਰ ਪ੍ਰਭੂ ਦੇ ਪੈਰੋਂ ਕਹਿ ਲਓ ਕਿ ਪਰਮੇਸ਼ਰ ਦੇ ਖਿਲਾਫ ਖੜਾ ਹੋ ਜਾਂਦਾ ਆ, ਕਿਉਂਕਿ ਪਰਮੇਸ਼ਰ ਉਹਨੂੰ ਮੰਨਦਾ ਨਹੀਂ ਪਿਆ ਕਿ ਪਰਮੇਸ਼ਰ ਉਹਦਾ ਮਾਲਿਕ ਆ। ਉਹ ਆਪਣੇ ਜ਼ੋਰ ਨਾਲ ਕੰਮ ਕਰਵਾਉਣੇ ਚਾਹੁੰਦਾ ਆ, ਤੇ ਜੇ ਕੰਮ ਹੁੰਦੇ ਨਹੀਂ ਤੇ ਫਿਰ ਗੁੱਸਾ ਕਰਦਾ, ਗਿਲਾ ਕਰਦਾ। ਜਾਣੀ ਕਿ ਹਜੇ ਤੱਕ ਉਹਨੇ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਨੂੰ ਆਪਣਾ ਮਾਲਿਕ ਮੰਨਿਆ ਨਹੀਂਗਾ, ਆਪਣਾ ਪ੍ਰਭੂ ਮੰਨਿਆ ਨਹੀਂਗਾ, ਆਪਣਾ ਲਾਰਡ ਮੰਨਿਆ ਨਹੀਂਗਾ। ਲੇਕਿਨ ਜਿਸ ਇਨਸਾਨ ਨੇ ਉਸ ਪਰਮੇਸ਼ਰ ਨੂੰ ਆਪਣਾ ਪ੍ਰਭੂ ਮੰਨ ਲਿਆ, ਆਪਣਾ ਲਾਰਡ ਮੰਨ ਲਿਆ, ਉਹ ਸ਼ਾਂਤੀ ਵਿੱਚ ਰਹੇਗਾ, ਉਹ ਸ਼ਾਂਤੀ ਨੂੰ ਗੁੰਮਣ ਨਹੀਂ ਦੇਵੇਗਾ ਕਿਸੇ ਵੀ ਹਾਲਤ ਵਿੱਚ। ਕਿਉਂ? ਕਿਉਂਕਿ ਉਹਨੂੰ ਪਤਾ ਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾਂ। ਇੱਕ ਵਰਸ ਸੀਗਾ ਜਿਹੜਾ ਆਪਾਂ ਪਿਛਲੀ ਵਾਰ ਪੜ੍ਹਿਆ ਸੀਗਾ, ਰੋਮਨਸ ਚੈਪਟਰ 8 ਵਰਸ 28। ਰੋਮਨਸ ਚੈਪਟਰ 8 ਵਰਸ 28 ਵਿੱਚ ਦੇਖਾਂਗੇ ਪੰਜਾਬੀ ਦੇ ਵਿੱਚ ਕੀ ਲਿਖਿਆ ਆ, ਧਿਆਨ ਦੇ ਨਾਲ। ਜੀ ਹਾਂ, ਰੋਮਨਸ 8:28। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਉਦੇਸ਼ ਅਨੁਸਾਰ ਸੱਦੇ ਗਏ ਹਨ, ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੁਆਰਾ ਭਲਾਈ ਹੀ ਪੈਦਾ ਕਰਦਾ ਹੈ। ਵਾਹ 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 ਵਾਹ, ਆਮੀਨ। ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ, ਜਿਹੜੇ ਸੱਦੇ ਹੋਏ ਨੇ ਪਰਮੇਸ਼ਰ ਦੇ ਖਾਸ ਮਕਸਦ ਦੇ ਵਾਸਤੇ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ। ਤੇ ਉਹਨਾਂ ਦੀ ਜ਼ਿੰਦਗੀ 'ਚ ਜੋ ਕੁਝ ਹੁੰਦਾ ਆ ਉਹ ਚੰਗੇ ਲਈ ਹੁੰਦਾ ਆ। ਜੋ ਕੁਝ ਵੀ ਤੁਹਾਡੀ ਜ਼ਿੰਦਗੀ 'ਚ ਹੁੰਦਾ ਆ ਉਹ ਚੰਗੇ ਲਈ ਹੋਏਗਾ। ਕਿਉਂ? ਕਿਉਂਕਿ ਉਹ ਜਿਹੜਾ ਉੱਪਰ ਬੈਠਾ ਨਾ ਮਾਲਿਕ ਤੁਹਾਡਾ, ਉਹ ਜਿਹੜਾ ਰੱਬ ਤੁਹਾਡੀ ਜ਼ਿੰਦਗੀ ਦੇ ਉੱਪਰ ਬੈਠਾ, ਉਹ ਤੁਹਾਡੇ ਈਮਾਨ ਨੂੰ ਵਧਾ ਰਿਹਾ ਆ, ਤੁਹਾਡੇ ਈਮਾਨ ਨੂੰ ਐਡੀਫਾਈ ਕਰ ਰਿਹਾ ਆ, ਤੁਹਾਡੇ ਈਮਾਨ ਨੂੰ ਤਕੜਾ ਕਰ ਰਿਹਾ ਆ, ਤੁਹਾਡੇ ਫੇਥ ਨੂੰ ਤਕੜਾ ਕਰ ਰਿਹਾ ਆ, ਤਾਂ ਕਿ ਤੁਸੀਂ ਰੂਹਾਨੀ ਤੌਰ ਤੇ ਗਰੋ ਹੋ ਕੇ ਹੋਰ ਵੀ ਜ਼ਿਆਦਾ ਬਰਕਤਾਂ ਪ੍ਰਾਪਤ ਕਰ ਸਕੋ ਤੇ ਪਰਮੇਸ਼ਰ ਦਾ ਮਕਸਦ ਪੂਰਾ ਕਰ ਸਕੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ। ਸੋ ਕਿਉਂ ਗੁੱਸਾ ਹੁੰਦਾ ਹੈ ਇਨਸਾਨ? ਕਿਉਂਕਿ ਉਹ ਪਰਮੇਸ਼ਰ ਨੂੰ ਮਾਲਕ ਨਹੀਂ ਮੰਨਦਾ ਹਜੇ ਤੱਕ ਆਪਣੀ ਜ਼ਿੰਦਗੀ 'ਚ। ਆਪਣੇ ਜ਼ੋਰ ਨਾਲ ਚੀਜ਼ਾਂ ਕਰਨਾ ਚਾਹੁੰਦਾ, ਆਪਣੇ ਧੱਕੇ ਨਾਲ, ਆਪਣੇ ਸਮਝ ਨਾਲ ਚੀਜ਼ਾਂ ਫਿਕਸ ਕਰਨਾ ਚਾਹੁੰਦਾ ਨਹੀਂ। ਲੇਕਿਨ ਜਿਹੜਾ ਬੰਦਾ ਸਰੈਂਡਰ ਕਰਦਾ ਪਰਮੇਸ਼ਰ ਦੇ ਅੱਗੇ, ਤੇ ਪਰਮੇਸ਼ਰ ਨੂੰ ਕਹਿੰਦਾ ਆ, ਪ੍ਰਭੂ ਜੀ ਤੇਰੀ ਮਰਜ਼ੀ ਜਿੱਦਾਂ ਸਵਰਗਾਂ 'ਚ ਪੂਰੀ ਹੁੰਦੀ ਆ, ਉੱਦਾਂ ਮੇਰੀ ਜ਼ਿੰਦਗੀ 'ਚ ਵੀ ਪੂਰੀ ਹੋਵੇ, ਉਹ ਇਨਸਾਨ ਤਰੱਕੀ ਪ੍ਰਾਪਤ ਕਰਦਾ ਹੈ। ਆਮੀਨ। ਤੇ ਪਰਮੇਸ਼ਰ ਦਾ ਨਾਮ ਉੱਚਾ ਕਰਦਾ ਹੈ। ਆਮੀਨ। ਸੋ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਉਸ ਇਨਸਾਨ ਤੋਂ, ਪ੍ਰਭੂ ਵਚਨ ਕਹਿੰਦਾ ਹੈ। ਸੋ ਹੁਣ ਤੁਸੀਂ ਸ਼ਾਇਦ ਸੋਚੋਗੇ ਪਾਸ ਜੀ ਮੈਨੂੰ ਕੁਝ ਪ੍ਰੈਕਟੀਕਲ ਗੱਲਾਂ ਦੱਸੋ ਗੁੱਸੇ ਨੂੰ ਕੰਟਰੋਲ ਕਰਨ ਦੇ ਵਾਸਤੇ। ਵੈਲ, ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਪਰਮੇਸ਼ਰ ਦਾ ਵਚਨ ਆਪਾਂ ਪੜ੍ਹਾਂਗੇ ਜੀ। ਮੈਂ ਤੁਹਾਨੂੰ ਦੱਸ ਦੇਣਾ, ਐਫੀਸੀਅਨ ਚੈਪਟਰ 4 ਵਰਸ 15 ਤੇ ਵਰਸ 25 ਦੇ ਵਿੱਚ ਲਿਖਿਆ, ਤੁਸੀਂ ਪੜ੍ਹ ਸਕਦੇ ਹੈਗੇ ਹੋ, ਹੋਮਵਰਕ ਆ ਤੁਹਾਡੇ ਵਾਸਤੇ। ਕਿ ਦੇਖੋ ਜੀ, ਜਦੋਂ ਕੋਈ ਚੀਜ਼ ਤੁਸੀਂ ਦੇਖੋ,
ਜਦੋਂ ਕੋਈ ਚੀਜ਼ ਤੁਸੀਂ ਸੁਣੋ, ਜਦੋਂ ਕੋਈ ਚੀਜ਼ ਤੁਹਾਨੂੰ ਪਤਾ ਲੱਗ ਜਾਵੇ, ਜਦੋਂ ਕੋਈ ਚੀਜ਼ ਤੁਹਾਨੂੰ ਸਮਝ ਲੱਗ ਜਾਵੇ, ਹੈ ਨਾ। ਹੋ ਸਕਦਾ ਕਿਸੇ ਨੇ ਤੁਹਾਨੂੰ ਕੁਝ ਕਹਿਤਾ, ਹੋ ਸਕਦਾ ਕਿਸੇ ਨੇ ਤੁਹਾਨੂੰ ਤੁਹਾਡੇ ਕੰਮ 'ਤੇ ਕੁਝ ਤੁਹਾਨੂੰ ਗੱਲ ਦੱਸ ਦਿੱਤੀ, ਉਹ ਗੱਲ ਤੁਹਾਡੇ ਅੰਦਰ ਹੁਣ ਕੰਮ ਕਰੀ ਜਾ ਰਹੀ, ਤੁਹਾਡੇ ਅੰਦਰ ਹਿੱਲੀ ਜਾ ਰਹੀ ਹੈ ਤੇ ਉਹ ਤੁਹਾਡੇ ਗੁੱਸੇ ਨੂੰ ਭੜਕਾਵੇਗੀ। ਲੇਕਿਨ ਪ੍ਰਭੂ ਦਾ ਵਚਨ ਪਤਾ ਆਪਾਂ ਕੀ ਕਹਿੰਦਾ, ਪੜ੍ਹ ਕੇ ਗਏ ਆ। ਪਹਿਲੀ ਚੀਜ਼ ਹੈਗੀ ਆ ਬੜੀ ਓਨੈਸਟੀ ਦੇ ਨਾਲ, ਹੈ ਤੇ ਬੜੇ ਪਿਆਰ ਦੇ ਨਾਲ ਤੁਸੀਂ ਉਸ ਮਨੁੱਖ ਕੋਲ ਜਾਓ ਤੇ ਉਹਨੂੰ ਕਹੋ, ਦੇਖੋ ਜੀ ਸ਼੍ਰੀਮਾਨ ਜੀ, ਮੈਨੂੰ ਇਹ ਗੱਲ ਸੁਣਨ 'ਚ ਆਈ ਆ, ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੈਨੂੰ ਨਹੀਂ ਪਤਾ ਵੀ ਇਹ ਇੱਦਾਂ ਹੀ ਆ, ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਸੁਣਨ 'ਚ ਇੱਦਾਂ ਆਇਆ ਆ, ਜਾਂ ਅਫਵਾਹਾਂ ਹੀ ਨੇ ਜਾਂ ਚੁਗਲੀਆਂ ਹੀ ਨੇ, ਹੈ। ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਸੀ, ਜਾਣਨਾ ਚਾਹੁੰਦਾ ਕਿ ਤੁਸੀਂ ਵੀ ਇਸ ਗੱਲ ਦੇ ਉੱਤੇ ਚਾਨਣਾ ਪਾਓ। ਤੇ ਚਾਨਣਾ ਛੱਡ ਕੇ ਤਾਂ ਚਾਨਣੀ ਪਾ ਦੇਗਾ। ਸੋ ਉਹਦੇ ਨਾਲ ਕੀ ਹੋਏਗਾ, ਤੁਸੀਂ ਬੜੀ ਓਨੈਸਟੀ ਦੇ ਨਾਲ, ਹੈ ਨਾ, ਪੂਰੇ ਦਿਲ ਦੇ ਨਾਲ, ਕਦੇ ਧੋਖੇ ਨਾਲ ਨਹੀਂ, ਕਿਸੇ ਕੋਈ ਸੋਚ ਕੇ, ਕੋਈ ਹੋਰ ਗਲਤ ਸੋਚ ਕੇ ਨਹੀਂ, ਪੂਰੇ ਦਿਲ ਦੇ ਨਾਲ, ਓਨੈਸਟੀ ਦੇ ਨਾਲ, ਸਾਫ਼ ਦਿਲ ਦੇ ਨਾਲ ਤੁਸੀਂ ਕਿਸੇ ਕੋਲ ਗਏ ਹੋ, ਤੁਸੀਂ ਉਹਨੂੰ ਆਹ ਕਿਹਾ ਵੀ ਬਸ ਇੱਕ ਗੱਲ ਮੇਰੇ ਕੋਲ ਪਹੁੰਚੀ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਤੁਸੀਂ ਮੈਨੂੰ ਥੋੜ੍ਹਾ ਜਿਹਾ ਉਸ ਸਿਚੁਏਸ਼ਨ ਦੇ ਉੱਤੇ ਚੱਲਣਾ ਪਾਓ ਤਾਂ ਕਿ ਮੈਨੂੰ ਸ਼ਾਂਤੀ ਮਿਲ ਸਕੇ। ਸੋ ਇਸ ਤਰ੍ਹਾਂ ਤੁਸੀਂ ਉਹਦੇ ਨਾਲ ਗੱਲ ਜਦੋਂ ਕਰੋਗੇ, ਪਰਮੇਸ਼ਰ ਦਾ ਰੂਹ ਤੁਹਾਡੀ ਮਦਦ ਕਰੇਗਾ ਕਿ ਤੁਹਾਡੀ ਜਿਹੜੀ ਸਿਚੁਏਸ਼ਨ ਆ, ਜੋ ਵੀ ਗੱਲ ਆ, ਜੋ ਵੀ ਕਨਫਿਊਜ਼ਨ ਆ, ਜੋ ਵੀ ਮਿਸਅੰਡਰਸਟੈਂਡਿੰਗ ਆ, ਕਲੀਅਰ ਹੋ ਜਾਏਗੀ। ਤੁਹਾਡੇ ਦਿਲ ਵਿੱਚ ਵੀ ਸ਼ਾਂਤੀ ਆ ਜਾਏਗੀ, ਦੂਜੇ ਦੇ ਦਿਲ ਵਿੱਚ ਵੀ ਸ਼ਾਂਤੀ ਆ ਜਾਏਗੀ। ਤੇ ਜਿਹੜਾ ਗੁੱਸਾ ਆ ਉਹ ਭਟਕੇਗਾ ਨਹੀਂ, ਗੁੱਸੇ ਨੂੰ ਆਪਾਂ ਥਾਂ ਨਹੀਂ ਦੇਵਾਂਗੇ। ਆਮੇਨ। ਸੋ ਇਹ ਪਹਿਲੀ ਚੀਜ਼ ਬੜੀ ਪ੍ਰੈਕਟੀਕਲ ਚੀਜ਼ ਆ, ਬੜੀ ਓਨੈਸਟੀ ਦੇ ਨਾਲ ਤੁਸੀਂ ਗੱਲਬਾਤ ਕਰੋ। ਇਹ ਸਿੱਧੀ ਮਤਲਬ ਬਰਕਤ ਲੈ ਕੇ ਆਉਂਦੀ ਆ, ਇਹ ਜਿਹੜੀ ਚਾਬੀ ਆ, ਕੁੰਜੀ ਆ, ਸੀਕਰਟ ਆ, ਵੀ ਓਨੈਸਟੀ ਦੇ ਨਾਲ ਕਿਸੇ ਨਾਲ ਸਿੱਧੀ ਗੱਲ ਕਰ ਲੈਣੀ। ਜ਼ਿਆਦਾ ਚਿਰ ਉਹ ਕਨਫਿਊਜ਼ਨ ਆਪਣੇ ਦਿਲ ਵਿੱਚ ਨਹੀਂ ਰੱਖਣਾ, ਜ਼ਿਆਦਾ ਚਿਰ ਉਹ ਸਿਚੁਏਸ਼ਨ ਆਪਣੇ ਦਿਲ ਵਿੱਚ ਨਹੀਂ ਰੱਖਣੀ। ਚੜਦੇ ਨੇ ਗੱਲ ਕੀਤੀ ਜਾਵੇ ਤੇ ਬੜੇ ਪਿਆਰ ਨਾਲ ਗੱਲ ਕੀਤੀ ਜਾਵੇ। ਸੋ ਪਹਿਲਾ ਪ੍ਰੈਕਟੀਕਲ ਪੁਆਇੰਟ ਮੈਂ ਤੁਹਾਨੂੰ ਸ਼ੇਅਰ ਕੀਤਾ। ਦੂਸਰਾ ਪ੍ਰੈਕਟੀਕਲ ਪੁਆਇੰਟ ਮੈਂ ਤੁਹਾਨੂੰ ਸ਼ੇਅਰ ਕਰਾਂਗਾ, ਜਦੋਂ ਵੀ ਤੁਸੀਂ ਕਿਸੇ ਸਿਚੁਏਸ਼ਨ ਦੇ ਬਾਰੇ, ਕਿਸੇ ਪ੍ਰੋਬਲਮ ਦੇ ਬਾਰੇ ਗੱਲ ਕਰ ਰਹੇ ਹੋ, ਡਿਸਕਸ਼ਨ ਕਰ ਰਹੇ ਹੋ, ਉੱਥੇ ਜਿਹੜਾ ਤੁਹਾਡਾ ਅਟੈਕ ਆ ਉਹ ਪ੍ਰੋਬਲਮ ਤੇ ਚਾਹੀਦਾ, ਉਸ ਪਰਸਨ ਤੇ ਨਹੀਂ। ਤੁਹਾਡਾ ਹਮਲਾ ਉਸ ਪ੍ਰੋਬਲਮ ਤੇ ਆ, ਗੱਲਬਾਤ ਉਸ ਪ੍ਰੋਬਲਮ ਦੇ ਮੁਤੱਲਿਕ ਕਰਨੀ ਆ, ਜਿਹਨੇ ਪ੍ਰੋਬਲਮ ਲੈ ਕੇ ਆਂਦੀ ਆ ਉਹਦੇ ਤੇ ਨਹੀਂ। ਜਾਨੀ ਕਿ ਮੈਸੇਂਜਰ 'ਤੇ ਅਟੈਕ ਨਹੀਂ ਕਰਨਾ, ਮੈਸੇਜ ਨੂੰ ਸੋਲਵ ਕਿੱਦਾਂ ਕਰਨਾ ਆ ਉਹਦੇ ਤੇ ਗੱਲਬਾਤ ਕਰਨੀ ਆ। ਜਿਹੜਾ ਸੁਨੇਹਾ ਲੈ ਕੇ ਆਇਆ, ਤੁਸੀਂ ਉਹ ਜਿਹੜੀ ਸਿਚੁਏਸ਼ਨ ਸ਼ੇਅਰ ਕਰ ਰਿਹਾ ਤੁਹਾਡੇ ਨਾਲ, ਜਿਹੜੀ ਕੋਈ ਪ੍ਰੋਬਲਮ ਲੈ ਕੇ ਆਇਆ, ਤੁਸੀਂ ਉਸ ਪ੍ਰੋਬਲਮ ਨੂੰ ਕਿੱਦਾਂ ਸੋਲਵ ਕਰਨਾ ਉਹਦੇ ਤੇ ਫੋਕਸ ਕਰੋ। ਕਈ ਵਾਰ ਘਰ ਦੇ ਵਿੱਚ ਹੀ ਮੀਆਂ ਬੀਬੀ ਦੇ ਵਿੱਚ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਪ੍ਰੋਬਲਮ ਤੇ ਅਟੈਕ ਘੱਟ ਹੁੰਦਾ ਆ, ਉਹ ਮੀਆਂ ਬੀਬੀ ਇੱਕ ਦੂਜੇ ਤੇ ਜ਼ਿਆਦਾ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਤੂੰ ਐਂ ਕਿਹਾ ਸੀ, ਉਹ ਤੂੰ ਇਦਾਂ ਹੀ ਕਰਦਾ ਆ, ਉਹ ਤੂੰ ਇਦਾਂ ਹੀ ਕਰਦੀ ਆ, ਤੂੰ ਹਮੇਸ਼ਾ ਹੀ ਆਏ ਆ, ਤੂੰ ਹਮੇਸ਼ਾ। ਜਿਹੜੀ ਪ੍ਰੋਬਲਮ ਆ ਉਹਨੂੰ ਕੋਈ ਗੱਲ ਨਹੀਂ ਕਰਦਾ ਪ੍ਰੋਬਲਮ ਬਾਰੇ, ਵੀ ਜਿਹੜੀ ਸਿਚੁਏਸ਼ਨ ਆ, ਜਿਹੜੀ ਪ੍ਰੋਬਲਮ ਆ, ਇਹਦੇ ਤੇ ਗੱਲ ਕਰ ਲਈਏ ਵੀ ਚਲੋ ਠੀਕ ਆ, ਹੁਣ ਦੇਖੋ ਵੀ ਆਹ ਪ੍ਰੋਬਲਮ ਸੋਲਵ ਕਿੱਦਾਂ ਕਰਨੀ ਆ, ਹੈ ਨਾ। ਨਹੀਂ ਇਹ ਤੇਰੇ ਕਰਕੇ ਹੋਈ ਆ, ਨਹੀਂ ਇਹ ਮੇਰੇ ਕਰਕੇ ਹੋਈ ਆ, ਨਹੀਂ ਤੂੰ ਆਖਿਆ ਸੀ ਐਂ ਕਰ ਲਈਏ ਤਾਂ ਹੋ ਗਿਆ, ਆਹ ਨਾ ਹੁਣ ਗੱਲ ਕਰੋ। ਤੁਹਾਡਾ ਫੋਕਸ ਪਰਸਨ ਤੇ ਨਹੀਂ ਹੋਏਗਾ, ਪ੍ਰੋਬਲਮ ਤੇ ਹੋਣਾ ਚਾਹੀਦਾ। ਪ੍ਰੋਬਲਮ ਨੂੰ ਸੋਲਵ ਕਰੋ। ਦੇਖੋ ਜੀ, ਇਹ ਸਿਚੁਏਸ਼ਨ ਆਈ ਆ ਹਸਬੈਂਡ ਵਾਈਫ ਦੇ ਵਿੱਚ, ਫੈਮਿਲੀ ਦੇ ਵਿੱਚ, ਘਰ ਦੇ ਵਿੱਚ, ਤੁਹਾਡੇ ਕੰਮ ਤੇ, ਤੁਹਾਡੇ ਨਾਲ ਜਿਹੜੇ ਹੋਰ ਕੰਮ ਕਰਦੇ ਨੇ, ਹੈ ਨਾ। ਆਹ ਨਾ ਕਹੋ ਵੀ ਫਲਾਣੇ ਨੇ ਆਹ ਕੀਤਾ ਸੀਗਾ ਤਾਂ ਕਰਕੇ ਪ੍ਰੋਬਲਮ ਖੜੀ ਹੋਈ ਆ, ਹੈ। ਨਹੀਂ, ਪਰਸਨ ਤੇ ਅਟੈਕ ਨਾ ਕਰੋ। ਕਿਤੋਂ ਪ੍ਰੋਬਲਮ ਆਈ ਆ ਉਹ ਗੱਲਬਾਤ ਨਹੀਂ ਕਰਨ ਦੀ ਲੋੜ ਆਪਾਂ ਨੂੰ। ਕਿਹਨੇ ਪ੍ਰੋਬਲਮ ਨੂੰ ਕ੍ਰੀਏਟ ਕੀਤਾ ਉਹ ਗੱਲਬਾਤ ਨਹੀਂ ਕਰਨ ਦੀ ਲੋੜ ਆਪਾਂ ਨੂੰ। ਆਪਾਂ ਪ੍ਰੋਬਲਮ ਨੂੰ ਸੋਲਵ ਕਿੱਦਾਂ ਕਰਨਾ ਉਹਦੇ ਤੇ ਗੱਲ ਕਰੀਏ, ਹੈ ਨਾ, ਵੀ ਕਿੱਦਾਂ ਪ੍ਰੋਬਲਮ ਨੂੰ ਸੋਲਵ ਕਰੀਏ। ਹੁਣ ਜੀ ਤੋਂ ਕੋਈ ਗਲਤੀ ਹੋ ਗਈ ਆ, ਉਹਦੇ ਕਰਕੇ ਪ੍ਰੋਬਲਮ ਆ ਗਈ, ਉਹਨੂੰ ਵੀ ਪਤਾ ਵਿਚਾਰੇ ਨੂੰ, ਉਹਨੂੰ ਤਾਂ ਸਭ ਤੋਂ ਜ਼ਿਆਦਾ ਪਤਾ ਵੀ ਉਹਦੀ ਗਲਤੀ ਕਰਕੇ ਹੋ ਗਈ ਹੈ। ਹੁਣ ਜੇ ਤੁਸੀਂ ਵੀ ਉੱਪਰ ਦੀ ਲੱਗ ਜਾਓਗੇ ਉਹਦੇ ਤੇ ਬਰਸਨ ਤਾਂ ਗੁੱਸਾ ਬਰਸਾਨ, ਤਾਂ ਵਿਚਾਰੇ ਦਾ ਕੀ ਹੋਊਗਾ। ਰੱਬ ਇੰਝ ਨਹੀਂ ਜਾਂਦਾ। ਰੱਬ ਚਾਹੁੰਦਾ ਕਿ ਸਭ ਨੂੰ ਮਾਫ ਕਰੀਏ, ਸਭ ਨੂੰ ਆਪਾਂ ਦੂਜਾ ਮੌਕਾ ਦੇਈਏ। ਸੋ ਹਸਬੈਂਡ ਨੂੰ ਜਾਂ ਵਾਈਫ ਨੂੰ ਜਾਂ ਬੱਚਿਆਂ ਨੂੰ ਜਾਂ ਆਪਣੇ ਕੰਮ ਤੇ ਤੁਹਾਡੇ ਨਾਲ ਜਿਹੜੇ ਕੰਮ ਕਰਦੇ ਨੇ, ਤੁਹਾਡੇ ਨਾਲ ਜਿਹੜੇ ਕਹਿ ਲਓ ਕਿ
ਉੱਠਦੇ ਬੈਠਦੇ ਨੇ, ਉਹਨਾਂ ਤੇ ਅਟੈਕ ਕਰਨ ਤੋਂ ਬਜਾਏ ਆਓ ਬੈਠੀਏ ਵੀ ਭਰਾਵੋ ਆਹ ਪ੍ਰੋਬਲਮ ਆ, ਆਓ ਕਿੱਦਾਂ ਸੋਲਵ ਕਰੀਏ, ਕੀ ਰਾਏ ਆ ਤੁਹਾਡੀ, ਤੁਸੀਂ ਦੱਸੋ ਕੀ ਸੋਚਦੇ ਹੋ, ਤੁਸੀਂ ਦੱਸੋ ਕੀ ਸੋਚਦੇ ਹੋ, ਤੁਸੀਂ ਦੱਸੋ ਭੈਣੋ ਕੀ ਸੋਚਦੇ ਹੋ, ਤੁਸੀਂ ਕੀ ਸੋਚਦੇ ਹੋ। ਉਹ ਓਕੇ, ਉਹ ਫਲਾਣੇ ਦਾ ਸੁਭਾਅ ਵਧੀਆ ਆ, ਫਲਾਣੇ ਦਾ ਜਿਹੜਾ ਇਹਨਾਂ ਨੇ ਸੁਜੈਸਟ ਕੀਤਾ ਸੁਜੈਸ਼ਨ ਵਧੀਆ ਆ, ਇਹਨਾਂ ਦਾ ਵੀ ਸੁਜੈਸ਼ਨ ਵਧੀਆ ਆ, ਇਹਨਾਂ ਦੋਨਾਂ ਸੁਜੈਸ਼ਨ ਨੂੰ ਜੋੜ ਕੇ ਆਪਾਂ ਐਂ ਕਰਕੇ ਐਂ ਕਰ ਲੈਂਦੇ ਆ, ਤੇ ਜੇ ਇੰਜ ਹੋ ਗਿਆ ਤਾਂ ਐਂ ਹੋ ਜਾਊਗਾ, ਆਪਣੀ ਪ੍ਰੋਬਲਮ ਸੋਲਵ ਹੋ ਜੂਗੀ। ਕੀ ਖਿਆਲ ਤੁਹਾਡਾ ਸਾਰਿਆਂ ਦਾ? ਸਾਰਾ ਠੀਕ ਹੈ? ਆਪਣੇ ਇੱਧਰ ਹਾਂ ਮੈਂ ਸੋ ਇਸ ਤਰ੍ਹਾਂ। ਸੋ ਦੂਸਰਾ ਪੁਆਇੰਟ ਬੜਾ ਪ੍ਰੈਕਟੀਕਲ ਪੁਆਇੰਟ ਆ ਕਿ ਤੁਸੀਂ ਜਦੋਂ ਅਟੈਕ ਕਰਨਾ ਆ, ਉਹ ਪ੍ਰੋਬਲਮ ਤੇ ਅਟੈਕ ਕਰਨਾ ਆ, ਪ੍ਰੋਬਲਮ ਲੈ ਕੇ ਜਿਹੜਾ ਆ ਰਿਹਾ ਆ ਪਰਸਨ ਤੇ ਅਟੈਕ ਨਹੀਂ ਕਰਨਾ। ਸੋ ਬਾਈਬਲ ਵਿੱਚ ਵੀ ਲਿਖਿਆ ਹੋਇਆ ਇਹਦੇ ਬਾਰੇ, ਵੈਸੇ ਤੁਸੀਂ Ephesians chapter 4 verse 29 and 31 ਤੁਸੀਂ ਪੜ੍ਹ ਸਕਦੇ ਹੋ, ਇਹਦੇ ਬਾਰੇ ਕਾਫੀ ਤੁਹਾਨੂੰ ਜਾਣਕਾਰੀ ਪ੍ਰਾਪਤ ਹੋਏਗੀ। FCR ਦਾ ਚੌਥਾ ਚੈਪਟਰ ਤੇ 29 ਤੇ 31 ਤੁਸੀਂ ਪੜ੍ਹ ਸਕਦੇ ਹੈਗੇ। ਅੱਛਾ, ਤੀਸਰਾ ਪ੍ਰੈਕਟੀਕਲ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ, ਆਪਾਂ ਗੁੱਸੇ ਦੀ ਗੱਲ ਕਰ ਰਹੇ ਹੈਗੇ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਪਾਂ ਨੂੰ ਤਾਰਿਆ ਸੀਗਾ ਵੀ ਜਦੋਂ ਗੁੱਸਾ ਆਇਆ ਉਹ ਕਿਸੇ ਨੂੰ ਕਤਲ ਕਰਨ ਦੇ ਮੁਤਾਬਿਕ ਆ। ਸੋ ਗੁੱਸਾ ਆਪਾਂ ਵਿਸ਼ਵਾਸੀ ਲੋਕਾਂ ਨੂੰ ਭਾਂਦਾ ਨਹੀਂਗਾ, ਯਾਨੀ ਜਿਹੜੇ ਪ੍ਰਭੂ 'ਚ ਵਿਸ਼ਵਾਸ ਕਰਦੇ ਨੇ, ਰੱਬ 'ਚ ਭਰੋਸਾ ਕਰਦੇ ਨੇ, ਉਹ ਗੁੱਸੇ ਨੂੰ ਥਾਂ ਨਹੀਂ ਦਿੰਦੇ। ਕਿਉਂ? ਕਿਉਂਕਿ ਉਹਨਾਂ ਦਾ ਰੱਬ ਉਹਨਾਂ ਦੀ ਜ਼ਿੰਦਗੀ 'ਚ ਜੋ ਕਰਦਾ ਆ ਚੰਗੇ ਲਈ ਕਰਦਾ ਆ, ਤੇ ਉਹਨਾਂ ਨੂੰ ਪਤਾ ਆ ਵਿਸ਼ਵਾਸੀਆਂ ਨੂੰ ਕਿ ਮੇਰੀ ਜ਼ਿੰਦਗੀ 'ਚ ਜੋ ਕੁਝ ਵੀ ਹੋਏਗਾ ਚੰਗੇ ਲਈ ਹੋਏਗਾ, ਮਾੜੇ ਲਈ ਨਹੀਂ ਹੋਏਗਾ, ਤੇ ਰੱਬ ਹੀ ਕਰ ਰਿਹਾ ਆ। ਆਮੀਨ। ਹੁਣ ਉਹ ਇਨਸਾਨ ਗੁੱਸਾ ਨਹੀਂ ਕਰਦਾ, ਵਾਲਾ ਇਨਸਾਨ ਸ਼ਾਂਤ ਬਣਿਆ ਰਹਿੰਦਾ, ਰੱਬ ਦੀ ਵਡਿਆਈ ਕਰਦਾ, ਰੱਬ ਦੀ ਮਹਿਮਾ ਕਰਦਾ, ਤੇ ਰੱਬ ਨੂੰ ਕਹਿੰਦਾ ਕਿ ਰੱਬਾ ਮੇਰੀਆਂ ਸਿਚੁਏਸ਼ਨ, ਮੇਰੀਆਂ ਪ੍ਰੋਬਲਮ ਜਿਹੜੀਆਂ ਸੋਲਵ ਕਰ, ਮੈਨੂੰ ਵਿਜ਼ਡਮ ਦੇ, ਮੈਨੂੰ ਗਿਆਨ ਦੇ। ਤੇ ਪਰਮੇਸ਼ਰ ਆਪੇ ਦਰਵਾਜ਼ੇ ਖੋਲ੍ਹਦਾ ਹੈ, ਨਵੇਂ ਕੰਟੈਕਟ ਖੋਲ੍ਹਦਾ ਆ, ਤਾਂ ਕਿ ਸਿਚੁਏਸ਼ਨ ਜਿਹੜੀਆਂ ਨੇ ਇਹ ਸੋਲਵ ਹੋ ਸਕੇ। ਤੀਸਰੇ ਨੰਬਰ ਤੇ ਇੱਕ ਪ੍ਰੈਕਟੀਕਲ ਪੁਆਇੰਟ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ, ਪ੍ਰੋਵਰਬਸ ਚੈਪਟਰ 15 ਉਹਦਾ ਪਹਿਲਾ ਵਰਸ ਆ। ਕਿਹੜਾ ਪ੍ਰੈਕਟੀਕਲ ਪੁਆਇੰਟ ਆ ਤੀਜੇ ਨੰਬਰ ਤੇ? ਇਹ ਹੈਗਾ ਆ ਭਰਾਵੋ ਤੇ ਬਣੋ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਬਲਮ ਸੋਲਵ ਕਰਨ ਦੇ ਵਾਸਤੇ ਕਿਸੇ ਨਾਲ ਗੱਲਬਾਤ ਕਰ ਰਹੇ ਹੋ, ਵੀ ਦੇਖ ਭੈਣੇ ਮੇਰੀ ਹੈ ਉੜਦੀ ਗੱਲ ਮੇਰੇ ਕੰਨਾਂ 'ਚ ਪਈ ਆ, ਮੈਨੂੰ ਨਹੀਂ ਪਤਾ ਕਿਹਨੇ ਕਿਹਾ, ਲੋੜ ਨਹੀਂ, ਲੇਕਿਨ ਗੱਲ ਹੈਗੀ ਆ ਇਹ ਵੀ ਹੁਣ ਮੈਨੂੰ ਚਾਨਣਾ ਪਾ ਦੇ ਇਹਦੇ ਉੱਤੇ, ਤਾਂ ਕਿ ਮੈਨੂੰ ਵੀ ਸ਼ਾਂਤੀ ਆਏ, ਤੈਨੂੰ ਵੀ ਸ਼ਾਂਤੀ ਆਏ। ਆਪਾਂ ਗੱਲ ਕਰ ਚੁੱਕੇ ਹਾਂ ਇਹ ਬਾਰੇ, ਹੈ ਨਾ। ਲੇਕਿਨ ਇਹ ਗੱਲ ਤੁਸੀਂ ਬਹੁਤ ਹੀ ਜ਼ਿਆਦਾ ਧੀਮੀ ਆਵਾਜ਼ ਨਾਲ, ਸੌਫਟ ਵੌਇਸ ਨਾਲ, ਪਿਆਰ ਭਰੀ ਆਵਾਜ਼ ਨਾਲ ਗੱਲ ਕਰਨੀ ਹੈ। ਪਿਆਰ ਭਰੀ ਆਵਾਜ਼ ਨਾਲ ਗੱਲ ਕਰਨੀ ਆ। ਬਿਲਕੁਲ ਵੀ ਆਪਣੀ ਆਵਾਜ਼ ਦੇ ਵਿੱਚ ਉਚਾਈ ਨਹੀਂ ਆਉਣ ਦੇਣੀ, ਕਿਉਂਕਿ ਇਹੀ ਮੌਕਾ ਹੈ ਜਿਹੜਾ ਬਹੁਤ ਸੈਂਸਿਟਿਵ ਮੌਕਾ ਆ। ਇਹੀ ਮੌਕਾ ਆ ਜਿਸ ਮੌਕੇ ਦੇ ਵਿੱਚ ਜੇ ਥੋੜ੍ਹੀ ਜਿਹੀ ਵੀ ਆਵਾਜ਼ ਉਠਾਈ, ਉਹਦੇ ਨਾਲ ਚੰਗਿਆੜੀ ਜਗ ਸਕਦੀ ਆ ਤੇ ਅੱਗ ਲੱਗ ਸਕਦੀ ਆ। ਆਪਾਂ ਅੱਗ ਲਗਾਉਣ ਨਹੀਂ ਆਏ, ਆਪਾਂ ਅੱਗ ਬੁਝਾਉਣ ਆਏ ਆ। ਆਮੀਨ। ਇੱਕ ਚੁਟਕਲਾ ਸੁਣਿਆ ਸੀ, ਮੈਂ ਬੜਾ ਹੀ ਹੱਸਿਆ ਸੀਗਾ ਚੁਟਕਲਾ ਸੁਣ ਕੇ। ਮੈਨੂੰ ਪਤਾ ਕਿ ਉਹ ਸਹੀ ਨਹੀਂ ਗਾ, ਗਲਤ ਹੈਗਾ ਆ। ਕਿਸੇ ਨੇ ਕਿਹਾ ਸੀ ਜਿਹੜੇ ਫਾਇਰ ਬੁਝਾਉਣ ਵਾਸਤੇ ਆਉਂਦੇ ਨੇ, ਫਾਇਰ ਬ੍ਰਿਗੇਡ ਵਾਲੇ ਹੁੰਦੇ ਨੇ, ਉਹਦੇ ਵਿੱਚ ਸਿਰਫ ਬੰਦੇ ਹੀ ਕੰਮ ਖਤਮ ਕਰਦੇ ਨੇ, ਵੀ ਔਰਤਾਂ ਖਤਮ ਕੰਮ ਨਹੀਂ ਕਰਦੀਆਂ। ਤੇ ਕਿਸੇ ਨੇ ਜਵਾਬ ਦਿੱਤਾ ਸੀਗਾ ਵੀ ਬੰਦੇ ਜਿਹੜੇ ਨੇ ਉਹ ਅੱਗ ਬੁਝਾਉਣ ਦਾ ਕੰਮ ਕਰਦੇ ਨੇ, ਔਰਤਾਂ ਤਾਂ ਨਹੀਂ ਗੀਆਂ, ਕਿਉਂਕਿ ਉਹ ਆਮ ਤੌਰ 'ਤੇ ਅੱਗ ਚਲਾਉਣ ਦਾ ਕੰਮ ਕਰਦੀਆਂ ਹੁੰਦੀਆਂ ਨੇ। ਇਹ ਤਾਂ ਸੀਗਾ ਜੋਕ। ਵੈਸੇ ਅਸਲੀਅਤ ਇਹ ਆ, ਬੰਦੇ ਤਾਂ ਉਹਦੇ 'ਚ ਰੱਖੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕਾਫੀ ਜ਼ੋਰਾਵਰ ਕੰਮ ਕਰਨਾ ਪੈਂਦਾ, ਬਹੁਤ ਭਾਰੀਆਂ ਚੀਜ਼ਾਂ ਚੱਕਣੀਆਂ ਪੈਂਦੀਆਂ, ਭੱਜਣਾ ਪੈਂਦਾ, ਪਾਣੀ ਦੀ ਵੱਡੀ ਸਾਰੀ ਨਾਲੀ ਚੱਕ ਕੇ ਭਾਰੀ ਚਲਾਉਣੀ ਪੈਂਦੀ, ਤਾਂ ਉਹਦੇ 'ਚ ਜ਼ਿਆਦਾ ਆਦਮੀ ਕੰਮ ਕਰਦੇ ਨੇ। ਲੇਕਿਨ ਕਈ ਥਾਵਾਂ 'ਤੇ ਸੁਣਨ ਨੂੰ ਆਇਆ ਜਿੱਥੇ ਔਰਤਾਂ ਵੀ ਕੰਮ ਕਰਦੀਆਂ ਨੇ, ਜਿਹੜੀਆਂ ਸਰੀਰਕ ਤੌਰ 'ਤੇ ਕਾਫੀ ਤਕੜੀਆਂ ਹੈਗੀਆਂ ਨੇ, ਨਾ। ਸੋ ਇਹ ਤਾਂ ਸੀਗਾ ਜੋਕ ਆਪਣਾ। ਲੇਕਿਨ ਹਾਂ, ਇਹ ਗੱਲ ਸਹੀ ਆ, ਭਾਵੇਂ ਆਦਮੀ ਹੋਵੇ ਭਾਵੇਂ ਔਰਤ ਹੋਵੇ, ਜੇ ਤੁਸੀਂ ਆਵਾਜ਼ ਲਈ ਚੱਕ ਆਪਣੀ, ਤੇ ਉੱਥੇ ਚੰਗਿਆੜੀ ਭਟਕ ਉੱਠਣੀ ਆ। ਤੇ ਜਿੱਥੇ ਚੰਗਿਆੜੀ ਭਟਕ ਉੱਠੀ, ਉਹ ਜਿਹੜੀ ਸਿਚੁਏਸ਼ਨ ਚੱਲ ਰਹੀ ਆ, ਉਹ ਜਿਹੜੀ ਪ੍ਰੋਬਲਮ ਚੱਲ ਰਹੀ ਆ, ਉਹ ਇੱਕ ਤੇਲ ਮੰਗੂਗਾ, ਗੈਸੋਲੀਨ ਮੰਗੂਗਾ। ਤੇ ਜਦੋਂ ਹੀ ਚੰਗਿਆੜੀ ਜੜੀ ਨਾ, ਤੇ ਉੱਥੇ ਪੈ ਜਾਣਾ ਭੜਾਕਾ, ਜਾਣੀ ਕਿ ਲੱਗ ਜਾਣੀ ਅੱਗ। ਸੋ ਕਿੱਥੇ ਤਾਂ ਆਪਾਂ ਚੱਲੇ ਸੀਗੇ ਸਿਚੁਏਸ਼ਨ ਸੋਲਵ ਕਰਨ ਦੇ ਵਾਸਤੇ, ਕਿੱਥੇ ਆਪਾਂ ਆਵਾਜ਼ ਉੱਚੀ ਕਰਕੇ ਆਪਾਂ ਅੱਗ ਹੀ ਲਾ ਦਿੱਤੀ ਉਸ ਸਿਚੁਏਸ਼ਨ ਦੇ ਉੱਤੇ। ਬੁਝਾਉਣੀ ਤਾਂ ਕੀ ਸੀਗੀ, ਉਹ ਸਿਚੁਏਸ਼ਨ ਸੋਲਵ ਤਾਂ ਕੀ ਕਰਨਾ ਸੀ, ਉੱਥੇ ਤਾਂ ਆਪਾਂ ਸਾਰੇ ਜੰਗਲ ਨੂੰ ਅੱਗ ਹੀ ਲਾ ਬੈਠੇ। ਸੋ ਤਾਂ ਹੀ ਪ੍ਰੋਵਰਬਸ ਚੈਪਟਰ 15 ਵਰਸ 1 ਵਿੱਚ ਲਿਖਿਆ ਆ ਕਿ ਜਦੋਂ ਵੀ ਤੁਸੀਂ ਕਿਸੇ ਦੇ ਨਾਲ ਗੱਲਬਾਤ ਕਰਨ ਜਾ ਰਹੇ ਹੋ ਕੋਈ ਸਿਚੁਏਸ਼ਨ ਦੇ ਬਾਰੇ, ਉਹ 'ਤੇ ਮੇਕ ਸ਼ੋਰ ਕਰੋ ਕਿ ਤੁਹਾਡੀ ਆਵਾਜ਼
ਬਹੁਤ ਮਿੱਠੀ ਹੋਵੇ, ਬਹੁਤ ਹੀ ਪਿਆਰੀ ਹੋਵੇ, ਬਹੁਤ ਹੀ ਧੀਮੀ ਹੋਵੇ। ਐਵੇਂ ਭਾਵੇਂ ਲੋਕ ਤੁਹਾਨੂੰ ਆ ਕਹਿ ਦੇਣ ਵੀ ਹਾਈ ਭੈਣ ਤੂੰ ਬੋਲਦੀ ਹੈ, ਤੈਨੂੰ ਤਾਂ ਪਛਾਣਿਆ ਨਹੀਂ ਗਿਆ ਮੇਰਾ। ਡਜ਼ਨਟ ਮੈਟਰ, ਲੇਕਿਨ ਬੜੇ ਪਿਆਰ ਦੇ ਨਾਲ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਤੀਸਰਾ ਪ੍ਰੈਕਟੀਕਲ ਪੁਆਇੰਟ ਸੀਗਾ। ਚੌਥਾ ਪ੍ਰੈਕਟੀਕਲ ਪੁਆਇੰਟ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹਨਾ, ਇਫੀਸ਼ੀਅਨ ਚੈਪਟਰ 4 ਵਰਸ 31 ਤੇ 32 ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ। ਸੋ ਜਦੋਂ ਵੀ ਕੋਈ ਪ੍ਰੋਬਲਮ ਖੜੀ ਹੁੰਦੀ ਹੈ, ਜਦੋਂ ਵੀ ਕੋਈ ਸਿਚੁਏਸ਼ਨ ਖੜੀ ਹੁੰਦੀ, ਘਰ ਦੇ ਵਿੱਚ ਹੋਵੇ, ਫੈਮਿਲੀ ਵਿੱਚ ਹੋਵੇ, ਤੁਹਾਡੇ ਕੰਮ ਦੇ ਵਿੱਚ ਹੋਵੇ, ਕਲੀਸਿਆ ਦੇ ਵਿੱਚ ਹੋਵੇ, ਤੁਹਾਡੇ ਨਾਲ ਦੇ ਦੋਸਤਾਂ ਮਿੱਤਰਾਂ ਦੇ ਵਿੱਚ ਹੋਵੇ, ਉੱਥੇ ਐਕਟ ਵਾਈਜ਼ਲੀ, ਐਕਟ ਕਰਨਾ ਆ ਵਾਈਜ਼ਲੀ, ਰਿਐਕਟ ਨਹੀਂ ਕਰਨਾ, ਕਿ ਉਹ ਪ੍ਰੋਬਲਮ ਤੁਹਾਨੂੰ ਰਿਐਕਟ ਨਾ ਕਰਾਵੇ। ਰਿਐਕਟ ਦਾ ਮਤਲਬ ਹੈ ਕਿ ਪ੍ਰੋਬਲਮ ਦੇ ਕਰਕੇ ਤੁਸੀਂ ਜੋ ਉੱਤਰ ਦਿੱਤਾ, ਉਹ ਪ੍ਰੋਬਲਮ ਦੇ ਕਰਕੇ ਉੱਤਰ ਦਿੱਤਾ, ਉਹ ਸਿਚੁਏਸ਼ਨ ਨੇ ਤੁਹਾਨੂੰ ਇਹ ਉੱਤਰ ਦੇਣ 'ਚ ਮਜਬੂਰ ਕਰ ਦਿੱਤਾ ਹੈ। ਜਿਹੜੀ ਸਿਚੁਏਸ਼ਨ ਆਈ, ਸਿਚੁਏਸ਼ਨ ਨੇ ਆ ਕੇ ਤੁਹਾਨੂੰ ਝਟਕਾ ਮਾਰਿਆ, ਤੁਸੀਂ ਐਕਸ਼ਨ ਜਿਹੜਾ ਸੀਗਾ ਤੁਹਾਡਾ ਉਹ ਸਿਚੁਏਸ਼ਨ ਦੇ ਕਰਕੇ ਹੋਇਆ, ਉਹ ਪ੍ਰੋਬਲਮ ਦੇ ਕਰਕੇ ਹੋਇਆ, ਯਾਨੀ ਕਿ ਤੁਸੀਂ ਰਿਐਕਟ ਕਰ ਗਏ। ਜਦੋਂ ਬੰਦਾ ਰਿਐਕਟ ਕਰਦਾ, ਗਲਤ ਰਿਐਕਟ ਕਰਦਾ, ਜਦੋਂ ਬੰਦਾ ਰਿਐਕਟ ਕਰਦਾ ਫਲੈਸ਼ ਵਿੱਚ ਕਰ ਦਿੰਦਾ, ਉਹ ਗੁੱਸੇ 'ਚ ਕਰ ਦਿੰਦਾ, ਉਹ ਗਿਲੇ 'ਚ ਕਰ ਦਿੰਦਾ, ਨਹੀਂ ਮੈਂ ਨਹੀਂ ਸੀਗਾ, ਨਹੀਂ ਮੈਂ ਤਾਂ ਆਖਿਆ ਨਹੀਂ, ਇਹ ਨਹੀਂ, ਇਹ ਨਹੀਂ ਹੋਇਆ, ਨਹੀਂ ਉਹ ਨਹੀਂ ਹੋਇਆ, ਨਹੀਂ। ਰਿਐਕਟ ਨਹੀਂ ਕਰਨਾ, ਵਾਈਜ਼ਲੀ ਐਕਟ ਕਰਨਾ ਹੈ। ਵਾਈਜ਼ਲੀ ਐਕਟ ਮਤਲਬ ਜੋ ਤੁਸੀਂ ਕਹਿਣ ਜਾ ਰਹੇ ਹੋ, ਤੁਸੀਂ ਐਕਟ ਕਰਨ ਜਾ ਰਹੇ ਹੋ, ਉਹ ਤੁਹਾਡੀ ਵਿਜ਼ਡਮ ਤੋਂ ਆ ਰਿਹਾ ਆ। ਪਰਮੇਸ਼ਵਰ ਤੁਹਾਨੂੰ ਦੱਸ ਰਿਹਾ ਵੀ ਚਲੋ ਇਹ ਸਿਚੁਏਸ਼ਨ ਆ ਗਈ ਹੈ, ਹੁਣ ਤੂੰ ਇੱਥੇ ਕੀ ਐਕਸ਼ਨ ਲੈਣਾ ਆ। ਹੋ ਸਕਦਾ ਕਈ ਵਾਰ ਪਾਖਰੂ ਤੈਨੂੰ ਕਹੇ ਵੀ ਹਾਂਜੀ ਵੀ ਗੱਲ ਸਹੀ ਹੈ, ਵਾਕਈ ਮੈਨੂੰ ਲੱਗਦਾ ਵੀ ਮੇਰੇ ਤੋਂ ਥੋੜ੍ਹੀ ਜਿਹੀ ਗਲਤੀ ਹੋ ਗਈ ਹੈ ਇੱਥੇ, ਅਤੇ ਚਲੋ ਕੋਸ਼ਿਸ਼ ਕਰਦਾ ਹੈ ਇਹਨੂੰ ਆਪਾਂ ਸੋਲਵ ਕਰ ਸਕੀਏ, ਅਤੇ ਮੇਰੇ ਲਈ ਪ੍ਰੇ ਕਰੋ ਅਤੇ ਤੁਸੀਂ ਮਦਦ ਕਰੋ ਮੇਰੀ, ਤਾਂ ਕਿ ਸਿਚੁਏਸ਼ਨ ਸੋਲਵ ਹੋ ਸਕੇ, ਹੈ ਨਾ। ਅਤੇ ਜਾਂ ਜੋ ਵੀ ਵਾਈਜ਼ਲੀ ਕਿਸੇ ਹੋਰ ਤੋਂ ਗਲਤੀ ਹੋਈ ਆ, ਤੁਹਾਡਾ ਐਕਸ਼ਨ ਆ, ਚਲੋ ਆਪਾਂ ਹੀ ਕਰਦੇ ਹਾਂ, ਕੋਈ ਗੱਲ ਨਹੀਂ, ਇਹ ਤਾਂ ਐਡੀ ਵੱਡੀ ਪ੍ਰੋਬਲਮ ਹੈ ਨਹੀਂ ਗੀ, ਡਜ਼ਨਟ ਮੈਟਰ। ਮੈਂ ਵਿਸ਼ਵਾਸ ਕਰਦਾ ਕਿ ਜੇ ਆਪਾਂ ਇਹਨੂੰ ਇੱਦਾਂ ਕਰ ਲਈਏ, ਇੰਜ ਕਰ ਲਈਏ, ਸੋਲਵ ਹੋ ਸਕਦੀ ਹੈ ਨਾ। ਇਹ ਤੋਂ ਬਜਾਏ ਕਿ ਤੁਸੀਂ ਐਕਸ਼ਨ ਕਰਕੇ ਹਾਂ ਦੇਖਿਆ ਮੈਂ ਆਖਿਆ ਨਹੀਂ ਸੀਗਾ ਪਹਿਲਾਂ, ਜੇ ਤੁਸੀਂ ਐਂ ਕਰਦੇ ਆ ਤੁਹਾਡੇ ਨਾਲ ਐਂ ਹੋ ਗਿਆ ਨਾ ਗੱਲ, ਸੁਣ ਲਈ ਦੀ ਹੁੰਦੀ ਹੈ ਗੱਲ, ਮੈਂ ਕਦੋਂ ਰੌਲਾ ਪਾਈ ਜਾਣਾ ਤੁਹਾਨੂੰ 2 ਹਫ਼ਤਿਆਂ ਦਾ, ਮੈਂ ਐਂ ਕਰ ਲਓ, ਮੰਨੀ ਨੇ ਨਾ ਮੇਰੀ, ਹੁਣ ਕਰ ਲਈ ਨਾ ਗੱਲ ਗਲਤ, ਉਹਦਾ ਕੋਈ ਫਾਇਦਾ ਨਹੀਂ ਗਾ। ਉਹ ਬੰਦਾ ਜਿਹੜਾ ਬੋਲ ਗਿਆ ਇੱਦਾਂ, ਉਹ ਵਿਜ਼ਡਮ 'ਚ ਨਹੀਂ ਬੋਲਿਆ, ਉਹ ਰਿਐਕਟ ਕਰ ਗਿਆ। ਰਿਐਕਟ ਤਾਂ ਆਪਾਂ ਕਰਨਾ ਹੀ ਨਹੀਂ ਗਾ, ਆਪਾਂ ਪ੍ਰਭੂ ਨੂੰ ਕਹਿਣਾ, ਪ੍ਰਭੂ ਜੀ ਹੁਣ ਸੋਲਵ ਸਿਚੁਏਸ਼ਨ ਆ ਗਈ ਆ, ਹੁਣ ਤੂੰ ਮੈਨੂੰ ਵਿਜ਼ਡਮ ਦੇ। ਪ੍ਰਭੂ ਵਿਜ਼ਡਮ ਦੇਗਾ ਵੀ ਹੁਣ ਤੂੰ ਕਹਿਣਾ ਕੀ ਆ। ਵੇਟ ਕਰ, ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ 10 ਸੈਕਿੰਡ ਵੇਟ ਕਰੋ, ਬੋਲਣ ਤੋਂ ਪਹਿਲਾਂ ਇੰਤਜ਼ਾਰ ਕਰੋ 10 ਸੈਕਿੰਡ। 90% ਲੋਕ ਜਿਹੜੇ 1 ਸੈਕਿੰਡ 'ਚ ਬੋਲ ਪੈਂਦੇ ਨੇ ਨਾ, ਇੱਕਦਮ ਬੋਲ ਪੈਂਦੇ ਨੇ, 90% ਲੋਕ ਗਲਤੀਆਂ ਕਰ ਬੈਠਦੇ ਨੇ। ਜੇ 10 ਸੈਕਿੰਡ ਵੇਟ ਕਰ ਲੈਂਦੇ, ਜੇ ਤੁਸੀਂ ਹਰ ਸਿਚੁਏਸ਼ਨ ਤੇ, ਹਰ ਪ੍ਰੋਬਲਮ ਤੇ, ਹਰ ਡਿਸੀਜਨ ਉਠਾਉਣ ਤੋਂ ਪਹਿਲਾਂ 10 ਸੈਕਿੰਡ ਵੇਟ ਕਰ ਲਓ, ਡਿਸੀਜਨ ਉਠਾਉਣ ਤੋਂ ਪਹਿਲਾਂ, ਬੋਲਣ ਤੋਂ ਪਹਿਲਾਂ, 90% ਤੁਹਾਡੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਸੋਲਵ ਹੋ ਸਕਦੀਆਂ ਸੀਗੀਆਂ। 90% ਪ੍ਰੋਬਲਮਾਂ ਜਿਹੜੀਆਂ ਤੁਹਾਡੇ ਉੱਤੇ ਨੇ ਅੱਜ ਹੋਣੀਆਂ ਨਹੀਂ ਸੀਗੀਆਂ। ਕਿਉਂਕਿ ਬਹੁਤ ਦਫਾ ਆਪਾਂ ਇਨਫਲੂਐਂਸ 'ਚ ਲਿਆ ਕੇ ਛੇਤੀ ਐਕਟ ਕਰ ਜਾਂਦੇ ਹਾਂ, ਰਿਐਕਟ ਕਰ ਜਾਂਦੇ ਹਾਂ ਵੀ ਆਹ ਹੋ ਰਿਹਾ, ਇਹ ਹੋ ਰਿਹਾ, ਇਹ ਹੋ ਰਿਹਾ, ਚਲੋ ਆਹ ਕਰ ਲਓ, ਇਹ ਹੋ ਰਿਹਾ, ਚਾਰੋਂ ਪਾਸੇ ਇਹ ਹੋ ਰਿਹਾ, ਆਓ ਆਹ ਕਰ ਲਓ। ਪਰਮੇਸ਼ਰ ਪਿਤਾ ਤੋਂ ਹੀ ਪੁੱਛ ਲਓ, ਉਹ ਸਵਰਗੀ ਪਿਤਾ ਹੈ ਆਪਣਾ, ਉਹ ਸਵਰਗੀ ਪਰਮੇਸ਼ਰ ਆ। ਪਰਮੇਸ਼ਰ ਪਿਤਾ ਤੁਸੀਂ ਕੀ ਚਾਹੁੰਦੇ ਹੋ ਮੇਰੀ ਜ਼ਿੰਦਗੀ 'ਚ ਪ੍ਰਭੂ ਜੀ, ਤੁਹਾਡੀ ਕੀ ਮਰਜ਼ੀ ਆ ਪ੍ਰਭੂ ਜੀ ਕਿ ਮੈਂ ਕਰਾਂ ਇਸ ਸਿਚੁਏਸ਼ਨ ਦੇ ਵਿੱਚ। 4 ਪ੍ਰੈਕਟੀਕਲ ਪੁਆਇੰਟ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ। ਹੁਣ ਮੈਂ ਤੁਹਾਡੇ ਨਾਲ ਕੁਝ ਸਪਿਰਿਚੁਅਲ ਕੌਨਸੀਕੁਐਂਸਿਸ ਸ਼ੇਅਰ ਕਰਨਾ ਚਾਹੁੰਦਾ ਹਾਂ ਜਦੋਂ ਬੰਦਾ ਗੁੱਸੇ 'ਚ ਆ ਜਾਂਦਾ ਹੈ। ਪਹਿਲਾ ਕੌਨਸੀਕੁਐਂਸ ਜਿਹੜਾ ਪ੍ਰਭੂ ਦੇ ਵੱਲੋਂ ਬਹੁਤ ਹੀ ਵੱਡਾ ਕੌਨਸੀਕੁਐਂਸ ਹੈਗਾ ਮੇਰੇ ਲਈ, ਮਤਲਬ ਮੈਂ ਵਿਸ਼ਵਾਸ ਕਰਦਾ, ਪਹਿਲਾ ਕੌਨਸੀਕੁਐਂਸ ਗੁੱਸੇ ਹੋਣ ਦੇ ਨਾਲ, ਗੁੱਸਾ ਕਰਨ ਦੇ ਨਾਲ ਜਿਹੜੀ ਪਹਿਲੀ ਚੀਜ਼ ਤੁਹਾਡੀ ਜ਼ਿੰਦਗੀ 'ਚ ਹੁੰਦੀ ਆ, ਉਹ ਹੈ ਕਿ ਤੁਸੀਂ ਪਵਿੱਤਰ ਆਤਮਾ ਨੂੰ ਦੁਖੀ ਕਰ ਬੈਠਦੇ ਹੋ, ਪਵਿੱਤਰ ਆਤਮਾ ਨੂੰ ਕੰਟ੍ਰਿਕਟ ਕਰ ਬੈਠਦੇ ਹੋ। ਪ੍ਰਭੂ ਦੇ ਵਚਨ ਵਿੱਚ ਲਿਖਿਆ ਹੈ, ਆਓ ਪੜਾਂਗੇ ਗਲਾਤੀਆਂ ਦਾ 5ਵਾਂ ਚੈਪਟਰ, ਉਹਦਾ 17ਵੇਂ ਵਰਸ ਤੋਂ ਲੈ ਕੇ 21ਵੇਂ ਵਰਸ ਤੱਕ ਜਾਵਾਂਗੇ ਪੰਜਾਬੀ ਦੇ ਵਿੱਚ। ਗਲੇਸ਼ੀਅਨ ਚੈਪਟਰ 5 ਵਰਸ 17 to 21। ਜੀ ਹਾਂ, ਗਲਾਤੀਆਂ 5 ਦਾ 17 ਤੋਂ 21।
ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਦੀਆਂ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ। ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ਹੋ। ਜੇਕਰ ਤੁਸੀਂ ਆਤਮਾ ਦੀ ਅਗਵਾਈ ਵਿੱਚ ਚੱਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ। ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ: ਵਿਵਚਾਰ, ਅਸ਼ੁੱਧਤਾ, ਗਵਾਰੂਪਣ, ਮੂਰਤੀ ਪੂਜਾ, ਜਾਦੂਗਰੀ, ਬੈਰ, ਝਗੜੇ, ਈਰਖਾ, ਗੁੱਸਾ, ਸਵਾਰਥ, ਮਤਭੇਦ, ਪਾਰਟੀਬਾਜ਼ੀ, ਸਾੜਾ, ਨਸ਼ੇਬਾਜ਼ੀ, ਰੰਗ ਰਲੀਆਂ ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ। ਪਰ ਤੁਹਾਨੂੰ ਇੱਕ ਵਾਰ ਫਿਰ ਚੇਤਾਵਨੀ ਦਿੰਦਾ ਹਾਂ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੇ ਚੁੱਕਾ ਹਾਂ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਕਲੀਅਰਲੀ ਪਰਮੇਸ਼ਰ ਵਚਨ ਦੱਸਦਾ ਹੈ ਆਪਾਂ ਨੂੰ ਕਿ ਪਵਿੱਤਰ ਆਤਮਾ ਨੂੰ ਕੰਟ੍ਰਿਕਟ ਨਾ ਕਰੀਏ, ਪਵਿੱਤਰ ਆਤਮਾ ਨੂੰ ਦੁਖੀ ਨਾ ਕਰੀਏ, ਪਵਿੱਤਰ ਆਤਮਾ ਨੂੰ ਕਿਸੇ ਵੀ ਹਾਲਤ ਵਿੱਚ ਹਰਟ ਨਾ ਕਰੀਏ, ਕਿਉਂਕਿ ਵਚਨ ਕਹਿੰਦਾ ਕਿ ਆਪਣਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਆ ਤੇ ਆਪਣੇ ਸਰੀਰ ਨੂੰ ਪਵਿੱਤਰ ਆਤਮਾ ਇਸਤੇਮਾਲ ਕਰਦਾ ਆ, ਆਪਣੀ ਬਾਡੀ ਨੂੰ ਇਸਤੇਮਾਲ ਕਰਦਾ ਆ, ਆਪਣੇ ਮੂੰਹ ਨੂੰ ਇਸਤੇਮਾਲ ਕਰਦਾ ਹੈ, ਆਪਣੇ ਹੱਥਾਂ ਨੂੰ ਇਸਤੇਮਾਲ ਕਰਦਾ ਹੈ, ਆਪਣੇ ਜੀਵਨ ਨੂੰ ਇਸਤੇਮਾਲ ਕਰਦਾ ਹੈ ਫਲੋ ਹੋਣ ਦੇ ਵਾਸਤੇ, ਤਾਂ ਕਿ ਐਕਲੀਸੀਆ ਤਰੱਕੀ ਪ੍ਰਾਪਤ ਕਰੇ, ਬਾਹਰਲੇ ਲੋਕ ਬਰਕਤ ਪ੍ਰਾਪਤ ਕਰਨ। ਤੇ ਜਦੋਂ ਆਪਾਂ ਗੁੱਸੇ ਹੋ ਜਾਂਦੇ ਹਾਂ ਪ੍ਰਭੂ ਦੇ ਬਣੋ, ਉਦੋਂ ਆਪਣੀ ਬਾਡੀ ਦੇ ਵਿੱਚ ਐਸੀ ਹਲਚਲ ਹੋ ਜਾਂਦੀ ਹੈ, ਐਸਾ ਨੁਕਸਾਨ ਹੋ ਜਾਂਦਾ ਹੈ ਪ੍ਰਭੂ ਦੇ ਬਣੋ, ਜਿਹਦੇ ਨਾਲ ਆਪਾਂ ਪਵਿੱਤਰ ਆਤਮਾ ਨੂੰ ਹਰਟ ਕਰ ਬੈਠਦੇ ਹਾਂ। ਫਿਰ ਪਵਿੱਤਰ ਆਤਮਾ ਫਲੋ ਨਹੀਂ ਹੁੰਦਾ ਆਪਣੇ ਜੀਵਨ 'ਚ, ਫਿਰ ਮਸਾ ਨਹੀਂ ਆਉਂਦਾ ਆਪਣੇ ਜੀਵਨ 'ਚ, ਮਸਾ ਠਹਿਰਦਾ ਨਹੀਂ ਗਾ ਫਿਰ ਆਪਣੇ ਜੀਵਨ 'ਚ, ਅਨੌਂਟਿੰਗ ਠਹਿਰਦੀ ਨਹੀਂ ਗਈ ਆਪਣੇ ਜੀਵਨ ਦੇ ਵਿੱਚ, ਹੈ ਨਾ। ਫਿਰ ਜਦੋਂ ਅਨੌਂਟਿੰਗ ਨਹੀਂ ਠਹਿਰੀ ਹੋਈ ਆਪਣੇ ਉੱਤੇ, ਜਦੋਂ ਆਪਣੇ ਉੱਤੇ ਪਰਮੇਸ਼ਰ ਦਾ ਲਿਬਾਸ ਹੈ ਨਹੀਂ ਗਾ, ਫਿਰ ਸ਼ੈਤਾਨ ਆ ਕੇ ਆਪਣੀਆਂ ਸੋਚਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਆਪਾਂ ਨੂੰ ਫਿਰ ਡਰ ਦੇ ਨਾਲ ਦੁੱਖ ਦੇ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਪਹਿਲਾ ਕੌਨਸੀਕੁਐਂਸ ਗੁੱਸੇ ਦਾ ਇਹ ਆ ਕਿ ਤੁਸੀਂ ਪਵਿੱਤਰ ਆਤਮਾ ਨੂੰ ਠੇਸ ਪਹੁੰਚਾ ਦਿੰਦੇ ਹੋ ਤਾਂ ਕਿ ਪਵਿੱਤਰ ਆਤਮਾ ਤੁਹਾਨੂੰ ਯੂਜ਼ ਨਾ ਕਰ ਸਕੇ। ਦੂਸਰਾ ਕੌਨਸੀਕੁਐਂਸ ਇਹ ਆ ਕਿ ਜਦੋਂ ਬੰਦਾ ਕੋਈ ਗੁੱਸਾ ਕਰਦਾ, ਉਹ ਸ਼ੈਤਾਨ ਨੂੰ ਥਾਂ ਦੇ ਬੈਠਦਾ। ਪੜਾਂਗੇ ਆਪਾਂ ਐਫੀਸੀਅਨ ਚੈਪਟਰ 4 ਵਰਸ 26 ਤੇ 27 ਵਿੱਚ ਜਾਵਾਂਗੇ। ਐਫੀਸੀਅਨ ਚੈਪਟਰ 4 ਵਰਸ 26 ਤੇ 27 ਪੰਜਾਬੀ ਵਿੱਚ ਦੇਖਾਂਗੇ। ਜੀ ਹਾਂ, ਆਪਸੀਆਂ 4:26 ਤੇ 27। ਤੁਸੀਂ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ। ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖਤਮ ਕਰ ਦਿਓ। ਤੁਸੀਂ ਸ਼ੈਤਾਨ ਨੂੰ ਕਿਸੇ ਤਰ੍ਹਾਂ ਦਾ ਵੀ ਮੌਕਾ ਨਾ ਦਿਓ। ਠੀਕ ਹੈ। ਤੁਸੀਂ ਕਹਿੰਦਾ ਵੀ ਠੀਕ ਹੈ, ਵੀ ਗੁੱਸੇ ਤਾਂ ਹੋ ਲਓ, ਲੇਕਿਨ ਤੁਸੀਂ ਪਾਪ ਨਾ ਕਰੋ। ਤੇ ਲਿਖਿਆ ਆ ਕਿ ਆਪਣੇ ਗੁੱਸੇ ਦੇ ਉੱਤੇ ਸੂਰਜ ਨਾ ਡੁੱਬਣ ਦੇਵੋ। ਤੁਸੀਂ ਦੇਖ ਲਓ ਸੀ, ਮਤਲਬ ਜੇ ਤੁਸੀਂ ਗੁੱਸੇ ਵੀ ਹੋ ਗਏ, ਤੁਹਾਡੇ ਕੋਲੇ ਸਮਾਂ ਹੈ ਆਪਣੀ ਨਾਰਾਜ਼ਗੀ, ਆਪਣਾ ਗੁੱਸਾ, ਗਿਲਾ, ਆਪਣਾ ਦਿਲ ਸਾਫ਼ ਕਰਨ ਦਾ। ਪਰਮੇਸ਼ਰ ਤੋਂ ਮਾਫੀ ਮੰਗੋ। ਜਿਹਦੇ ਨਾਲ ਗੁੱਸਾ ਕੀਤਾ ਉਹਦੇ ਤੋਂ ਮਾਫੀ ਮੰਗ ਲਓ। ਵੇਟ ਕਰ ਲਓ 1 ਅੱਧਾ ਘੰਟਾ, ਜਿੰਨੀ ਛੇਤੀ ਗੁੱਸਾ ਗਿਲਾ ਕਲੀਅਰ ਕਰ ਸਕਦੇ ਹੋ ਵਧੀਆ ਆ। ਜੇ ਤੁਸੀਂ 1 ਅੱਧਾ ਘੰਟਾ ਵੇਟ ਵੀ ਕਰ ਲਈ ਵਧੀਆ ਆ, ਹੈ ਨਾ। ਜੇ ਤੁਸੀਂ 2-3 ਘੰਟੇ ਵੇਟ ਕਰ ਲਈ, ਚਲੋ ਸੋਲਵ ਕਰ ਲਿਆ। ਲੇਕਿਨ ਪੈਣ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੌਣਾ ਨਹੀਂ ਗਾ ਜਦ ਤੱਕ ਤੁਸੀਂ ਆਪਣਾ ਦਿਲ ਸਾਫ਼ ਨਾ ਕਰ ਲਿਆ। ਸੌਣਾ ਨਹੀਂ ਗਾ ਜਦ ਤੱਕ ਤੁਸੀਂ ਕਿਸੇ ਨੂੰ ਟੈਕਸਟ ਨਹੀਂ ਮਾਰਤਾ ਵੀ ਆਮ ਸੌਰੀ, ਹੈ ਨਾ। ਸੌਣਾ ਨਹੀਂ ਗਾ ਜਦ ਤੱਕ ਤੁਸੀਂ ਕਿਸੇ ਨਾਲ ਗੱਲਬਾਤ ਕਰਕੇ ਆਪਣਾ ਦਿਲ ਹਲਕਾ ਨਹੀਂ ਕਰ ਲਿਆ, ਸਾਫ਼ ਨਹੀਂ ਕਰ ਲਿਆ। ਕਿਉਂ? ਜੇ ਤੁਸੀਂ ਗੁੱਸੇ ਦੇ ਵਿੱਚ ਸੌਂਗੇ ਤਾਂ ਗੁੱਸਾ ਤੁਹਾਡੀਆਂ ਹੱਡੀਆਂ 'ਚ ਵੜ ਜਾਊਗਾ ਪ੍ਰਭੂ ਦੇ ਬਚਨ ਦੇ ਮੁਤਾਬਿਕ, ਤੇ ਉੱਥੋਂ ਫਿਰ ਬਿਮਾਰੀਆਂ ਆਉਂਦੀਆਂ ਨੇ, ਉੱਥੋਂ ਫਿਰ ਦੁੱਖ ਦਰਦ ਆਉਂਦੇ ਨੇ। ਤੇ ਵਚਨ ਕਹਿੰਦਾ ਪਰਮੇਸ਼ਰ ਵਚਨ ਵਿੱਚ ਲਿਖਿਆ ਹੈਗਾ ਕਿ ਇੱਕ ਵਾਰ ਦੀ ਗੱਲ ਹੈਗਾ ਕਿ ਸਾਊਲ ਤੇ ਦਾਊਦ ਲੜਾਈ ਲੜ ਕੇ ਆ ਰਹੇ ਸੀ। ਤੇ ਜਦੋਂ ਲੜਾਈ ਲੜ ਕੇ ਆ ਰਹੇ ਸੀ ਤੇ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ, ਬੁਰੀ ਤਰ੍ਹਾਂ ਨਾਲ ਹਿਲਾ ਦਿੱਤਾ। ਤੇ ਕੁੜੀਆਂ ਇਕੱਠੀਆਂ ਹੋ ਕੇ ਮੂਹਰੇ ਨੱਚਣ ਲੱਗ ਗਈਆਂ ਸੀ ਤੇ ਗੀਤ ਗਾਉਣ ਲੱਗ ਗਈਆਂ ਸੀ। ਗੀਤ ਕੀ ਗਾਉਂਦੇ ਸੀਗੇ? ਗੀਤ ਗਾਉਂਦੀਆਂ ਸੀਗੀਆਂ ਵੀ ਰਾਜਾ ਸਾਊਲ ਨੇ ਤਾਂ 1000 ਮਾਰਤੇ, ਲੇਕਿਨ ਦਾਊਦ ਨੇ 10,000 ਮਾਰਤੇ। ਐਂ ਗਾਉਣ ਲੱਗ ਗਏ। ਉਹ ਗਾਉਂਦੀਆਂ ਇਹ ਸਾਊਲ ਨੇ ਸੁਣ ਲਿਆ, ਰਾਜੇ ਨੇ ਸੁਣ ਲਿਆ। ਰਾਜੇ ਦੇ ਕੰਨਾਂ 'ਚ ਗੱਲ ਪੈ ਗਈ ਵੀ ਹਾਂ ਵੀ ਮੈਂ 1000 ਬੰਦਾ ਮਾਰਤਾ, ਦਾਊਦ ਨੇ 10,000 ਮਾਰਤਾ। ਵੀ ਲੈ ਹੈ, ਉਹ ਸਾਰੀ ਦੁਨੀਆ ਤਾਂ ਉਹਨੂੰ ਹੀ ਵਾਹਵਾ ਕਰਨ ਲੱਗੀ ਹੋਈ ਆ, ਉਹਦਾ ਹੀ ਨਾਮ ਉੱਚਾ ਕਰਨ ਲੱਗੀ ਹੋਈ ਆ। ਸਾਊਲ ਨੇ ਆਪਣੇ ਦਿਲ ਵਿੱਚ ਗੁੱਸੇ ਨੂੰ ਥਾਂ ਦਿੱਤਾ। ਸੋ ਦੇਖਣ ਵਾਲੀ ਗੱਲ ਹੈਗੀ ਇਹ ਤੋਂ ਬਾਅਦ ਜਿਹੜਾ ਆਪਾਂ 10ਵਾਂ ਵਰਸ ਪੜਾਂਗੇ 1 ਸ਼ਮੂਏਲ ਚੈਪਟਰ 18 ਦਾ, ਉਹ ਪੜਾਂਗੇ 1 ਸ਼ਮੂਏਲ ਚੈਪਟਰ 18 ਵਰਸ 6 to 8 ਪੜਾਂਗੇ। ਫਿਰ ਆਪਾਂ 10ਵਾਂ ਵਰਸ ਨਾਲ ਹੀ ਪੜਾਂਗੇ। 10ਵੇਂ ਵਰਸ ਦੇ ਵਿੱਚ ਦੇਖਿਓ ਧਿਆਨ ਨਾਲ ਲਿਖਿਆ ਆ, ਤੇ ਅਗਲੇ ਦਿਨ ਇੱਕ ਈਵਲ ਸਪਿਰਿਟ ਆ ਕੇ ਸਾਊਲ ਨੂੰ ਤੰਗ ਕਰਨ ਲੱਗੀ। ਮੈਂ ਸੋਚਦਾ ਹੁੰਦਾ ਸੀਗਾ ਪਹਿਲਾਂ ਵੀ ਅਗਲੇ ਦਿਨ ਕਾਹਤੋਂ ਨਹੀਂ,
उदों ही कातों नहीं साउल गुस्से हो गया, उदों ही कातों नहीं, लेकिन हाँ परमेश्वर ने मौका दिता, सौण तिक्कर मौका दिता भी रात तो पहला तो अपना दिल साफ कर ला, रात तो पहला सौण तो पहला गुड नाइट करने तो पहला दाऊद तो माफ़ी मंग ला या रब तो माफ़ी मंग ला, रब्बा मेरा मैं माफ़ी मंगदा हाँ, मैं थोड़ी जी ईर्खा कर गया, मैं थोड़ी जी जैलसी कर गया दाऊद के खिलाफ, मैनू माफ़ कर दे प्रभु जी, मैं उन्हें माफ़ करदा हाँ, आमीन आमीन आमीन, गुड नाइट, सौ जाओ, है ना। लेकिन दाऊद ने साउल ने किया नहीं, साउल गुस्से गिले च सौ गया, हाँ बड़ी कड़कन दे नाल सौ गया। वो चिर कहता कि अगले दिन एक ईवल स्पिरिट आके, एक बदरू आके साउल दे उत्ते कब्जा करने की कोशिश कर दिया है। सो पढ़ांगे आप 1 सैमुअल चैप्टर 18 वर्स 6 to 8, फिर वर्स 10 पंजाबी। जी हाँ, ਪਹਿਲਾ ਸੈਮੂਅਲ 18 ਦਾ 6 ਤੋਂ 8। ਜਦੋਂ ਦਾਊਦ ਨੇ ਗੋਲੀਅਥ ਨੂੰ ਮਾਰਿਆ ਅਤੇ ਇਸ ਦੇ ਪਿੱਛੋਂ ਇਜ਼ਰਾਈਲੀ ਫੌਜ ਵਾਪਸ ਆ ਰਹੀ ਸੀ ਤਾਂ ਹਰ ਇਜ਼ਰਾਈਲ ਨਗਰ ਤੋਂ ਔਰਤਾਂ ਸਾਊਲ ਰਾਜਾ ਦੇ ਸਵਾਗਤ ਲਈ ਨੱਚਦੀਆਂ ਗਾਉਂਦੀਆਂ ਡੱਫਾਂ ਤੇ ਝਾਂਜਰਾਂ ਵਜਾਉਂਦੀਆਂ ਨਿਕਲੀਆਂ। ਉਹ ਗਾ ਰਹੀਆਂ ਸਨ, ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10 ਹਜ਼ਾਰਾਂ ਤੇ ਭਾਰੂ ਪਾਇਆ। ਸਾਊਲ ਨੂੰ ਉਹਨਾਂ ਦਾ ਇਹ ਗੀਤ ਪਸੰਦ ਨਾ ਆਇਆ ਅਤੇ ਉਹ ਕ੍ਰੋਧਿਤ ਹੋ ਕੇ ਬੋਲਿਆ, ਦਾਊਦ ਦੇ ਲਈ ਤਾਂ ਹੁਣ ਉਹਨਾਂ 10 ਹਜ਼ਾਰਾਂ ਕਿਹਾ, ਪਰ ਮੇਰੇ ਲਈ ਕੇਵਲ ਹਜ਼ਾਰਾਂ ਕਿਹਾ ਹੈ। ਹੁਣ ਉਸ ਦੇ ਲਈ ਬਾਕੀ ਪਿੱਛੇ ਕੀ ਰਹਿ ਗਿਆ ਹੈ, ਕੇਵਲ ਮੇਰਾ ਰਾਜ। ਪਹਿਲਾ ਸੈਮੂਅਲ 18 ਦਾ 10। ਅਗਲੇ ਦਿਨ ਪਰਮੇਸ਼ਰ ਵੱਲੋਂ ਦੁਸ਼ਟ ਆਤਮਾ ਸਾਊਲ ਉੱਤੇ ਉਤਰ ਆਇਆ ਅਤੇ ਉਹ ਪਾਗਲ ਆਦਮੀ ਦੀ ਤਰ੍ਹਾਂ ਆਪਣੇ ਘਰ ਵਿੱਚ ਬਹਿਕਣ ਲੱਗਾ। ਉਸ ਵੇਲੇ ਦਾਊਦ ਹਮੇਸ਼ਾ ਦੀ ਤਰ੍ਹਾਂ ਬਰਬਤ ਵਜਾ ਰਿਹਾ ਸੀ ਅਤੇ ਸਾਊਲ ਦੇ ਹੱਥ ਵਿੱਚ ਨੇਜਾ ਸੀ। ਜ਼ਬਰਦਸਤ 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 ਜ਼ਬਰਦਸਤ। ਪਹਿਲਾ ਕੌਨਸੀਕੁਐਂਸ ਆਪਾਂ ਦੇਖਿਆ ਕਿ ਤੁਸੀਂ ਗੁੱਸਾ ਕਰਕੇ ਪਵਿੱਤਰ ਆਤਮਾ ਨੂੰ ਠੇਸ ਪਹੁੰਚਾ ਦਿੰਦੇ ਹੋ। ਦੂਸਰੀ ਕੌਨਸੀਕੁਐਂਸ ਜਿਹੜੀ ਆਪਾਂ ਦੇਖੀ ਕਿ ਜਦੋਂ ਤੁਸੀਂ ਗੁੱਸਾ ਕਰਕੇ ਮਾਫ ਨਹੀਂ ਕਰਦੇ, ਛੇਤੀ ਛੇਤੀ ਵੇਟ ਕਰਦੇ ਹੋ, ਦਿਨ ਲੰਘ ਜਾਂਦੇ ਨੇ ਉੱਪਰ ਦੀ, ਤੁਸੀਂ ਸ਼ੈਤਾਨ ਨੂੰ ਮੌਕਾ ਦੇ ਦਿੰਦੇ ਹੋ ਤੇ ਗੁੱਸਾ ਤੁਹਾਡੀਆਂ ਹੱਡੀਆਂ 'ਚ ਵੜ ਕੇ ਤੁਹਾਡੇ ਸਰੀਰ ਨੂੰ ਖਰਾਬ ਕਰਦਾ ਹੈ। ਗੁੱਸਾ ਇੱਕ ਐਸਾ ਕੈਪਸੂਲ ਆ ਜਿਹੜਾ ਜ਼ਹਿਰ ਦਾ ਕੈਪਸੂਲ ਆ। ਜਿਹੜਾ ਗੁੱਸਾ ਕਰ ਰਿਹਾ ਆ ਉਹ ਆਪ ਹੀ ਖਾ ਰਿਹਾ ਉਸ ਕੈਪਸੂਲ ਨੂੰ। ਐ ਨਹੀਂ ਗਾ ਵੀ ਤੁਹਾਡੇ ਗੁੱਸੇ ਹੋਣ ਦੇ ਨਾਲ ਦੂਜੇ ਦੇ ਕੋਈ ਫਰਕ ਪੈ ਗਿਆ, ਵੀ ਤੁਹਾਡੇ ਗੁੱਸੇ ਹੋਣ ਦੇ ਨਾਲ ਦੂਜਾ ਬਦਲ ਗਿਆ, ਜੇ ਤੁਹਾਡੇ ਗੁੱਸੇ ਹੋਣ ਦੇ ਨਾਲ ਦੂਜੇ ਨੂੰ ਤੁਸੀਂ ਮੁਸ਼ਕਿਲ ਦੇਤੀ, ਜਾਂ ਤੁਹਾਡੇ ਗੁੱਸੇ ਹੋਣ ਦੇ ਨਾਲ ਦੂਜੇ ਨੂੰ ਤੁਸੀਂ ਪਰੇਸ਼ਾਨ ਕਰਤਾ, ਜਾਂ ਦੂਜੇ ਨੂੰ ਤਕਲੀਫ ਦੇਤੀ, ਜਾਂ ਤੁਹਾਡੇ ਗੁੱਸੇ ਹੋਣ ਦੇ ਨਾਲ ਦੂਜਾ ਪੇਨ ਵਿੱਚ ਚਲਿਆ ਗਿਆ, ਦੂਜਾ ਦਰਦ ਵਿੱਚ ਚਲੇ ਗਿਆ ਨਾ, ਦੂਜੇ ਨੂੰ ਤਾਂ ਪਤਾ ਵੀ ਨਹੀਂ ਸ਼ਾਇਦ। ਤੁਹਾਡੇ ਗੁੱਸੇ ਹੋਣ ਦੇ ਨਾਲ ਤੁਸੀਂ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੇ ਹੋ। ਤੁਸੀਂ ਇੱਕ ਐਸਾ ਕੈਪਸੂਲ ਖਾ ਰਹੇ ਹੋ ਜਿਹੜਾ ਜ਼ਹਿਰ ਦਾ ਕੈਪਸੂਲ ਆ, ਆਪ ਹੀ ਖਾ ਰਹੇ ਹੋ ਤੁਸੀਂ। ਗੁੱਸੇ ਦੂਜੇ ਨਾਲ ਨੁਕਸਾਨ ਆਪਣੇ ਆਪ ਨੂੰ ਹੀ ਕਰ ਰਹੇ ਹੋ। ਤਾਂ ਹੀ ਪ੍ਰਭੂ ਦਾ ਬਚਨ ਕਹਿੰਦਾ ਹੈ ਕਿ ਤੁਸੀਂ ਆਪ ਬਦਲ ਲੈਣ ਦੀ ਕੋਸ਼ਿਸ਼ ਨਾ ਕਰੋ, ਮਾਫ ਕਰੋ, ਉਹਨੂੰ ਪ੍ਰਭੂ ਦੇ ਹੱਥ ਵਿੱਚ ਦਿਓ। ਪ੍ਰਭੂ ਨੂੰ ਕਹੋ, ਪ੍ਰਭੂ ਤੂੰ ਦੇਖ, ਮੈਂ ਉਹਨੂੰ ਮਾਫ ਕਰਤਾ ਪੂਰੇ ਦਿਲੋਂ, ਮੈਂ ਉਹਦੇ ਲਈ ਪ੍ਰੇ ਕਰਦਾ ਕਿ ਉੱਤੇ ਕਿਰਪਾ ਕਰ ਦਿਆ ਕਰ। ਇਹ ਮੈਂ ਠੀਕ ਹੈ ਜੀ, ਪ੍ਰਭੂ ਦਾ ਬਚਨ ਆਪਾਂ ਨੂੰ ਸਿਖਾਉਂਦਾ ਹੈ। ਤੀਜੇ ਨੰਬਰ ਤੇ ਤੀਸਰਾ ਕੌਨਸੀਕੁਐਂਸ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਪ੍ਰਭੂ ਦੇ ਭਰਾ। ਤੇ ਜਦੋਂ ਤੁਸੀਂ ਗੁੱਸਾ ਕਰਦੇ ਹੋ ਉਦੋਂ ਜਿਹੜਾ ਪਰਮੇਸ਼ਰ ਦਾ ਟੈਸਟਮਨੀ ਆ ਨਾ, ਪ੍ਰਭੂ ਯਿਸੂ ਮਸੀਹ ਜੀ ਦੇ ਵਿਸ਼ਵਾਸੀ ਹੋ ਤੁਸੀਂ, ਪ੍ਰਭੂ ਯਿਸੂ ਮਸੀਹ ਜੀ ਦੇ ਲੋਕ ਹੋ ਤੁਸੀਂ, ਪ੍ਰਭੂ ਦੇ ਸੇਵਕ ਹੋ ਤੁਸੀਂ, ਬਲੀਵਰਸ ਹੋ ਤੁਸੀਂ, ਇਕਲੀਸੀਆ ਚਰਚ ਹੋ ਤੁਸੀਂ। ਤੁਹਾਡੇ ਗੁੱਸੇ ਹੋਣ ਦੇ ਨਾਲ ਜਿਹੜੇ ਬਾਹਰਲੇ ਲੋਕ ਦੇਖਣਗੇ ਨਾ, ਉਹ ਪਤਾ ਕੀ ਕਹਿਣਗੇ, ਆਹ ਦੇਖ ਲਓ ਇਹ ਪ੍ਰਭੂ ਦੇ ਲੋਕ ਨੇ, ਇਹ ਦੇਖ ਲਓ ਯਿਸੂ ਮਸੀਹ ਨੂੰ ਮੰਨਦੇ ਨੇ, ਆਹ ਦੇਖ ਲਓ ਗੁੱਸਾ ਕਿੱਦਾਂ ਇਹਨਾਂ ਦੇ ਗੁੱਸਾ ਕਿੱਦਾਂ ਇਹਨਾਂ ਦੇ ਉੱਤੇ ਰਾਜ ਕਰ ਰਿਹਾ। ਮਾਫ ਕਰਨਾ, ਲੇਕਿਨ ਐਸੇ ਪਰਮੇਸ਼ਰ ਦੇ ਲੀਡਰਸ, ਐਸੇ ਪਰਮੇਸ਼ਰ ਦੇ ਸੇਵਕ ਵੀ ਮੈਂ ਦੇਖੇ ਨੇ ਜਿਹੜੇ ਬੜੀ ਛੇਤੀ ਗੁੱਸੇ ਹੋ ਜਾਂਦੇ ਨੇ, ਬੜੀ ਛੇਤੀ ਗੁੱਸੇ ਗਿਲੇ 'ਚ ਆ ਜਾਂਦੇ ਨੇ, ਬੜੀ ਛੇਤੀ ਗੁੱਸੇ ਗਿਲੇ ਵਿੱਚ ਕੰਮ ਕਰ ਦਿੰਦੇ ਨੇ, ਗੁੱਸੇ ਗਿਲੇ ਵਿੱਚ ਲੋਕਾਂ ਨੂੰ ਮੂੰਹ ਦੇ ਵਿੱਚ ਐਸੇ ਸ਼ਬਦ ਕਹਿ ਦਿੰਦੇ ਨੇ ਜਿਹੜੇ ਰੱਬ ਨੂੰ ਭਾਉਂਦੇ ਨਹੀਂ ਗੇ। ਗੁੱਸੇ ਗਿਲੇ ਦੇ ਵਿੱਚ ਆਪਣੀਆਂ ਅੱਖਾਂ ਐਂ ਕੱਢ ਕੇ ਇੱਕ ਦੂਜੇ ਦੇ ਵੱਲ ਨਿਗਾਹ ਕਰਦੇ ਰਹੇ ਕਿ ਬੰਦੇ ਨੂੰ ਸੜ ਦਿੰਦੇ ਨੇ ਥੱਲੇ। ਗੁੱਸੇ ਗਿਲੇ ਦੇ ਵਿੱਚ ਕਈ ਵਾਰ ਲਾ ਵੀ ਦਿੰਦੇ ਨੇ, ਗੁੱਸੇ ਗਿਲੇ ਦੇ ਵਿੱਚ ਕਈ ਵਾਰ ਐਸੀਆਂ ਚੀਜ਼ਾਂ ਕਰ ਦਿੰਦੇ ਨੇ ਜਿਹੜੇ ਪਰਮੇਸ਼ਰ ਦਾ ਰੂਹ ਨਹੀਂ ਕਰਾ ਰਿਹਾ ਹੁੰਦਾ, ਬਲਕਿ ਸਰੀਰਿਕ ਉਹਨਾਂ ਟੈਨਸ਼ਨ ਕਰਕੇ, ਸਟ੍ਰੈਸ ਕਰਕੇ, ਪ੍ਰੈਸ਼ਰ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਹੋ ਰਹੀਆਂ ਹੁੰਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪਾਕਰੂ ਵੱਲੋਂ ਨਹੀਂ ਹੋ ਰਹੀਆਂ, ਇਹ ਪਾਕਰੂ ਨੂੰ ਭਾਉਂਦੀਆਂ ਨਹੀਂ ਇਹ ਚੀਜ਼ਾਂ, ਪਰਮੇਸ਼ਰ ਨੂੰ ਭਾਉਂਦੀਆਂ ਨੇ। ਇਹਦੇ ਨਾਲ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰਦੇ। ਤੁਸੀਂ ਕਰ ਰਹੇ ਹੋ, ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲੋਕਾਂ ਦਾ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦਾ ਟੈਸਟਮਨੀ ਖਰਾਬ ਕਰ ਰਹੇ ਹੋ। ਵਿਸ਼ਵਾਸੀ ਹੋ ਤੁਸੀਂ, ਹਾਂ ਜੇ ਲੀਡਰ ਹੋ ਹੋਰ ਵੀ ਜ਼ਿਆਦਾ ਸਮਝਣਾ ਪਏਗਾ ਫਿਰ ਤਾਂ ਆਪਾਂ ਨੂੰ। ਜੇ ਪਰਮੇਸ਼ਰ ਦੇ ਸੇਵਕ ਹਾਂ ਆਪਾਂ ਹੋਰ ਵੀ ਜ਼ਿਆਦਾ ਸਮਝਣ ਦੀ ਲੋੜ ਆਪਾਂ ਨੂੰ।
ਜੇ ਪ੍ਰਭੂ ਦੇ ਸੇਵਕ ਹੋਣ ਦੇ ਨਾਤੇ, ਲੀਡਰਸ ਹੋਣ ਦੇ ਨਾਤੇ, ਵਿਸ਼ਵਾਸੀ ਹੋਣ ਦੇ ਨਾਤੇ, ਕਿੰਨੇ ਸਾਲਾਂ ਤੋਂ ਪੁਰਾਣੇ ਵਿਸ਼ਵਾਸੀ ਹੋਣ ਦੇ ਨਾਤੇ, ਫਿਰ ਵੀ ਜੇ ਤੁਸੀਂ ਈਜ਼ੀਲੀ ਗੁੱਸੇ 'ਚ ਆ ਗਏ, ਤੁਸੀਂ ਛੇਤੀ ਗੁੱਸਾ ਕਰ ਗਏ, ਤੁਸੀਂ ਛੇਤੀ ਗੁਲਾ ਕਰਤੇ, ਗੁੱਸੇ ਗਿਲੇ ਦੇ ਵਿੱਚ ਤੁਸੀਂ ਸੁਣਾ ਦਿੱਤੀਆਂ ਕਿਸੇ ਨੂੰ, ਗੁੱਸੇ ਗਿਲੇ ਦੇ ਵਿੱਚ ਤੁਸੀਂ ਲਾ ਦਿੱਤੀਆਂ ਕਿਸੇ ਨੂੰ, ਗੁੱਸੇ ਗਿਲੇ ਦੇ ਵਿੱਚ ਤੁਸੀਂ ਕੋਈ ਡਿਸੀਜਨ ਉਠਾ ਲਿਆ, ਗੁੱਸੇ ਗਿਲੇ ਦੇ ਵਿੱਚ ਤੁਸੀਂ ਕਿਸੇ ਨਾਲ ਗਲਤ ਕੰਮ ਕਰ ਦਿੱਤਾ ਹੈ, ਕਿਸੇ ਨੂੰ ਫੜਾ ਦਿੱਤਾ, ਕਿਸੇ ਨੂੰ ਧੱਕੇ ਮਰਵਾ ਦਿੱਤੇ, ਤੁਸੀਂ ਕਿਸੇ ਨੂੰ ਕੱਢ ਦਿੱਤਾ, ਕਿਸੇ ਨੂੰ ਆਹ ਕਰ ਦਿੱਤਾ, ਉਹ ਕਰ ਦਿੱਤਾ, ਮੈਂ ਤਾਂ ਬੋਲਣਾ ਨਹੀਂ ਤੇਰੇ ਨਾਲ, ਨਹੀਂ ਬੋਲਣਾ ਤੇਰੇ ਨਾਲ, ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲ। ਸ਼ਰਮਿੰਦਗੀ ਦੀ ਗੱਲ ਆ ਬਹੁਤ ਵੱਡੀ। ਮੈਨੂੰ ਸ਼ਰਮ ਆ ਰਹੀ ਹੈ ਇਹ ਚੀਜ਼ਾਂ ਕਹਿੰਦੇ ਹੋਏ, ਮੈਨੂੰ ਸ਼ਰਮ ਆ ਰਹੀ ਹੈ ਇਹ ਚੀਜ਼ਾਂ ਕਹਿੰਦੇ ਹੋਏ, ਇਹ ਆਪਾਂ ਨੂੰ ਕਰਦੇ ਹੋਏ ਸ਼ਰਮ ਨਹੀਂ ਆਉਂਦੀ। ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਮਿੱਟੀ ਦੇ ਵਿੱਚ ਮਿਲਾਈ ਜਾਂਦੇ ਆ ਜਦੋਂ ਆਪਾਂ ਗੁੱਸਾ ਗਿਲਾ ਕਰਦੇ ਆ। ਪਰਮੇਸ਼ਰ ਦਾ ਨਾਮ ਮਿੱਟੀ 'ਚ ਮਿਲਾ ਰਹੇ ਆ ਆਪਾਂ। ਜਿਹਨੇ ਆਪਣਾ ਲਹੂ ਦਿੱਤਾ ਨਾ ਆਪਣੇ ਵਾਸਤੇ, ਉਹਦੇ ਨਾਮ ਦੀ ਕਦਰ ਨਹੀਂ ਕਰ ਰਹੇ ਆਪਾਂ। ਕੀ ਕਹਿੰਦੇ ਆ, ਲਾਰਡ ਆਈ ਲਿਫਟ ਯੂਰ ਨੇਮ, ਪ੍ਰਭੂ ਮੈਂ ਤੇਰਾ ਨਾਮ ਉੱਚਾ ਕਰਦਾ ਹੈ, ਉੱਚਾ ਕਰਦਾ ਤੇਰਾ ਨਾਮ, ਤੇਰੇ ਨਾਮ ਨੂੰ ਸਾਰੀ ਮਹਿਮਾ ਹੋਵੇ, ਤੇਰੇ ਨਾਮ ਨੂੰ ਸਾਰਾ ਜਲਾਲ ਮਿਲੇ। ਕੁਛ ਘੰਟੇ ਤੋਂ ਬਾਅਦ ਗੁੱਸੇ ਦੇ ਨਾਲ, ਗਿਲੇ ਦੇ ਨਾਲ, ਬੈਡ ਟੈਸਟਮਨੀ ਨਾਲ ਉਹੀ ਨਾਮ ਮਿੱਟੀ 'ਚ ਮਿਲਾ ਦਿੱਤਾ। ਜਿਸ ਪ੍ਰਭੂ ਦਾ ਨਾਮ ਉੱਚਾ ਕਰਦੇ ਹੋ, ਜਿਸ ਪ੍ਰਭੂ ਨੂੰ ਮਹਿਮਾ ਦਿੰਦੇ ਹੋ, ਲਾਰਡ ਆਈ ਵਰਸ਼ਿਪ ਯੂ, ਲਾਰਡ ਆਈ ਲਿਫਟ ਯੂਰ ਨੇਮ ਔਨ ਹਾਈ, ਲਾਰਡ ਆਈ ਗਲੋਰੀਫਾਈ ਯੂਰ ਨੇਮ, ਆਈ ਐਗਜ਼ਾਲਟ ਯੂਰ ਨੇਮ, ਧੰਨ 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 ਤੇਰਾ ਨਾਮ, ਉੱਚਾ ਕਰੂੰ ਤੇਰਾ ਨਾਮ। ਵਾਹ, ਗੁੱਸਾ ਕਰਕੇ ਗੇਲਾ ਕਰਕੇ ਬੈਡ ਟੈਸਟਮਨੀ ਦੇ ਨਾਲ ਉਹੀ ਨਾਮ ਮਿੱਟੀ 'ਚ ਮਿਲਾਤਾ। ਇਹ ਤੀਸਰਾ ਬਹੁਤ ਬੜਾ ਕੌਨਸੀਕੁਐਂਸ ਹੈ, ਪ੍ਰਭੂ ਦਾ ਨਾਮ ਮਿੱਟੀ 'ਚ ਮਿਲਾ ਦੇਣਾ। 1 Timothy chapter 3 verse 2 to 7 ਪੜਾਂਗੇ ਆਪਾਂ। ਪਹਿਲਾ ਤਿਮੋਥੀ ਚੈਪਟਰ 3 ਉਹਦਾ 2 ਤੋਂ ਲੈ ਕੇ 7ਵੇਂ ਵਰਸੇ ਪੜਾਂਗੇ। ਕੁਝ ਲੀਡਰਸ ਦੇ ਗੁਣ ਦੱਸੇ ਗਏ ਨੇ ਇਹਦੇ ਵਿੱਚ। ਇੱਕ ਚੀਜ਼ ਲਿਖੀ ਗਈ ਵੀ ਜਿਹੜਾ ਸੇਵਕ ਹੋਵੇ ਜਾਂ ਜਿਹੜਾ ਲੀਡਰ ਹੋਵੇ ਜਾਂ ਜਿਹੜਾ ਡੀਕਨ ਹੋਵੇ, ਉਹ ਛੇਤੀ ਗੁੱਸੇ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਜਿਹੜੇ ਛੇਤੀ ਗੁੱਸੇ ਗਿਲੇ 'ਚ ਆ ਜਾਂਦੇ ਨੇ ਨਾ, ਉਹ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ ਰੂਹ ਦੇ ਵਿੱਚ। ਤਾਂ ਲਿਖਿਆ ਗਿਆ, ਉਹ ਪੜਾਂਗੇ ਧਿਆਨ ਨਾਲ ਪੰਜਾਬੀ ਦੇ ਵਿੱਚ। 1 Timothy chapter 3 verse 2 to 7। ਜੀ ਹਾਂ, ਪਹਿਲਾ ਤਮੋਥੀਅਸ 3:2-7। ਇਸ ਲਈ ਆਤਮਿਕ ਰੱਖਿਅਕ ਨਿੰਦਾ ਰਹਿਤ, ਇੱਕ ਪਤਨੀ ਦਾ ਪਤੀ, ਸੂਝਵਾਨ, ਆਤਮ ਸੰਜਮੀ, ਨਮਰ, ਮਹਿਮਾਨ ਨਵਾਜ਼ ਅਤੇ ਇੱਕ ਚੰਗਾ ਸਿੱਖਿਅਕ ਹੋਵੇ। ਉਹ ਸ਼ਰਾਬੀ ਅਤੇ ਝਗੜਾਲੂ ਨਾ ਹੋਵੇ, ਸਗੋਂ ਸਬਰ ਵਾਲਾ ਅਤੇ ਸ਼ਾਂਤ ਸੁਭਾਅ ਵਾਲਾ ਹੋਵੇ। ਉਹ ਆਪਣੇ ਟੱਬਰ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨ ਵਾਲਾ ਅਤੇ ਆਪਣੇ ਬੱਚਿਆਂ ਨੂੰ ਪੂਰਨ ਤੌਰ 'ਤੇ ਆਪਣੀ ਆਗਿਆ ਵਿੱਚ ਰੱਖਣ ਵਾਲਾ ਹੋਵੇ, ਕਿਉਂਕਿ ਜੋ ਮਨੁੱਖ ਆਪਣੇ ਹੀ ਘਰ-ਬਾਰ ਚੰਗੀ ਤਰ੍ਹਾਂ ਨਾਲ ਦੇਖਭਾਲ ਨਾ ਕਰਨੀ ਜਾਣਦਾ ਹੋਵੇ, ਉਹ ਪਰਮੇਸ਼ਰ ਦੀ ਵਿਸ਼ਵਾਸ ਸੰਗਤ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕੇਗਾ। ਉਹ ਨਾ ਵਿਸ਼ਵਾਸੀ ਵੀ ਨਾ ਹੋਵੇ, ਨਹੀਂ ਤਾਂ ਹੋ ਸਕਦਾ ਹੈ ਕਿ ਉਹ ਘਮੰਡੀ ਹੋ ਜਾਵੇ ਅਤੇ ਸ਼ੈਤਾਨ ਵਾਲੀ ਸਜ਼ਾ ਦਾ ਹੀ ਹੱਕਦਾਰ ਠਹਿਰੇ। ਉਹ ਵਿਸ਼ਵਾਸ ਸੰਗਤ ਤੋਂ ਬਾਹਰੀ ਲੋਕਾਂ ਵਿੱਚ ਯੋਗ ਆਦਰ ਰੱਖਦਾ ਹੋਵੇ, ਤਾਂ ਜੋ ਉਹ ਕਿਸੇ ਵੀ ਕਾਰਨ ਨਿੰਦਾ ਦੇ ਯੋਗ ਨਾ ਠਹਿਰੇ ਅਤੇ ਸ਼ੈਤਾਨ ਦੇ ਪੰਜੇ ਵਿੱਚ ਨਾ ਜਾ ਫਸੇ। ਵਾਹ, ਜ਼ਬਰਦਸਤ ਜ਼ਬਰਦਸਤ ਜ਼ਬਰਦਸਤ। ਚੌਥੇ ਨੰਬਰ ਤੇ, ਜਦੋਂ ਤੁਸੀਂ ਜ਼ਿਆਦਾ ਗੁੱਸੇ ਗਿਲੇ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਪਾਪ ਕਰਨ ਦੇ ਬਹੁਤ ਨਜ਼ਦੀਕ ਚਲੇ ਗਏ। ਜਿਹੜਾ ਇਨਸਾਨ ਜ਼ਿਆਦਾ ਗੁੱਸੇ ਦੇ ਵਿੱਚ ਜਾਂ ਈਜ਼ੀਲੀ ਗੁੱਸੇ ਗਿਲੇ ਵਿੱਚ ਚਲਾ ਜਾਂਦਾ ਆ, ਉਹ ਇਨਸਾਨ ਪਾਪ ਦੀ ਵੱਟ ਤੇ ਤੁਰਦਾ ਪਿਆ ਆ। ਪਾਪ ਦੀ ਵੱਟ ਦੇ ਉੱਤੇ ਤੁਰ ਰਿਹਾ, ਪਾਪ ਦੇ ਕੰਢੇ ਦੇ ਉੱਤੇ ਤੁਰ ਰਿਹਾ। ਤੁਹਾਨੂੰ ਯਾਦ ਹੋਏਗੀ ਕਹਾਣੀ ਕਾਇਨ ਤੇ ਹਾਬੇਲ ਦੀ। ਕਾਇਨ ਤੇ ਹਾਬੇਲ, ਕਾਇਨ ਨੇ ਵੀ ਲਿਆ ਕੇ ਦੇ ਚੜਵਾਇਆ, ਇੱਕ ਚੜਵਾਹਾ ਚਾੜਿਆ ਪਰਮੇਸ਼ਰ ਦੇ ਅੱਗੇ, ਚੜਾਵਾ। ਹਾਬੇਲ ਨੇ ਵੀ ਚੜਾਵਾ ਚਾੜਿਆ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਨੇ ਹਾਬੇਲ ਦਾ ਚੜਾਵਾ ਜਿਹੜਾ ਸੀਗਾ ਉਹ ਐਕਸੈਪਟ ਕੀਤਾ, ਕਾਇਨ ਦਾ ਰਿਜੈਕਟ ਕਰ ਦਿੱਤਾ, ਕਿਉਂਕਿ ਕਾਇਨ ਦਾ ਜਿਹੜਾ ਚੜਾਵਾ ਸੀਗਾ ਉਹ ਪਰਮੇਸ਼ਰ ਦੇ ਬਚਨਾਂ ਦੇ ਮੁਤਾਬਿਕ ਠੀਕ ਨਹੀਂ ਸੀ, ਉਹਦੇ 'ਚ ਲਹੂ ਹੀ ਨਹੀਂ ਸੀਗਾ। ਸੋ ਕਾਇਨ ਤਾਂ ਹੋ ਗਿਆ ਗੁੱਸਾ, ਰੱਬ ਦੇ ਖਿਲਾਫ ਗੁੱਸੇ ਹੋ ਗਿਆ ਹੈ, ਉਹਨੇ ਤਾਂ ਮੂੰਹ ਬਣਾ ਲਿਆ ਆਪਣਾ, ਗੁੱਸੇ ਪੂਰਾ ਭਰ ਗਿਆ। ਤੇ ਰੱਬ ਆ ਕੇ ਕਹਿੰਦਾ ਕਾਇਨ ਨੂੰ, ਕਹਿੰਦਾ ਯਾਰ ਰੱਬ ਕਹਿੰਦਾ ਵੀ ਕਾਇਨ ਵੀ ਤੂੰ ਕਾਹਤੋਂ ਗੁੱਸੇ 'ਚ ਕਾਹਤੋਂ ਆ, ਕਿਉਂ ਤੂੰ ਗੁੱਸਾ ਕੀਤਾ? ਜੇ ਤੂੰ ਗੁੱਸਾ ਕਰੇਗਾ ਨਾ ਤਾਂ ਪਾਪ ਤੇਰੇ ਦਰਵਾਜ਼ੇ 'ਤੇ ਖੜਾ ਆ, ਤੇ ਪਾਪ ਦਰਵਾਜ਼ੇ 'ਤੇ ਖੜਾ। ਜੇ ਤੂੰ ਗੁੱਸਾ ਕਰੇਗਾ, ਪਾਪ ਦਰਵਾਜ਼ੇ 'ਤੇ ਖੜਾ, ਤੇ ਪਾਪ ਦਰਵਾਜ਼ੇ ਦੇ ਅੰਦਰ ਆ ਜਾਊਗਾ ਤੇ ਤੈਨੂੰ ਹੜਪ ਲੂਗਾ ਤੇ ਤੂੰ ਪਾਪ ਕਰ ਦੇਗਾ। ਕਾਇਨ ਨਾਲ ਹੀ ਹੋਇਆ। ਉਹਨੇ ਗੁੱਸੇ ਗਿਲੇ ਵਿੱਚ ਆ ਕੇ, ਪਾਪ ਨੇ ਆ ਕੇ ਐਸਾ ਕਾਬੂ ਕੀਤਾ ਕਾਇਨ ਨੂੰ ਕਿ ਉਹਨੇ ਆਪਣੇ ਭਾਈ, ਆਪਣੇ ਭਰਾ ਹਾਬੇਲ ਦੀ ਹੱਤਿਆ ਕਰ ਦਿੱਤੀ। ਸੋ ਜਾਣੀ ਕਿ ਗੁੱਸੇ ਗਿਲੇ ਦੇ ਨਾਲ ਇਨਸਾਨ ਜਿਹੜਾ ਆ ਪਾਪ ਦੇ ਕੰਢੇ ਖੜਾ ਹੁੰਦਾ ਆ, ਪਾਪ ਛੇਤੀ ਕਰ ਸਕਦਾ ਆ।
ਜਿੰਨੇ ਵੀ ਬਹੁਤ ਜ਼ਿਆਦਾ ਪਾਪ ਹੁੰਦੇ ਨੇ, ਵੱਡੀਆਂ ਵੱਡੀਆਂ ਗਲਤੀਆਂ ਹੁੰਦੀਆਂ ਨੇ, ਤੁਸੀਂ ਜੇਲ੍ਹਾਂ 'ਚ ਜਾ ਕੇ ਦੇਖੋ, ਤੁਸੀਂ ਲੋਕਾਂ ਦੀ ਟੈਸਟਮਨੀ ਸੁਣੋ, ਉਹ ਕਹਿਣਗੇ ਬਸ ਗੁੱਸੇ 'ਚ ਆ ਕਰ ਗਿਆ, ਮੈਂ ਗੁੱਸੇ 'ਚ ਮੈਂ ਦੋ ਚਾਰ ਲਾ ਦਿੱਤੀਆਂ, ਗੁੱਸੇ 'ਤੇ ਮੇਰੇ ਹੱਥ 'ਚ ਕੁਛ ਆ ਗਿਆ, ਮੈਂ ਉਹੀ ਮਾਰਤਾ, ਗੁੱਸੇ 'ਤੇ ਮੈਨੂੰ ਕੁਛ ਥਿਆ ਗਿਆ, ਮੈਂ ਉਹ ਚਲਾਤਾ, ਹਾਂ ਗੁੱਸੇ 'ਚ ਮੈਂ ਆਹ ਕਰਤਾ, ਗੁੱਸੇ 'ਚ ਉਹ ਕਰਤਾ। ਗੁੱਸੇ ਦਾ ਬਹੁਤ ਵੱਡਾ ਕੌਨਸੀਕੁਐਂਸ ਆ ਪਾਪ। ਜੇ ਗੁੱਸੇ 'ਚ ਨਹੀਂ ਜਾਵਾਂਗੇ ਤਾਂ ਪਾਪ 'ਚ ਨਹੀਂ ਜਾਵਾਂਗੇ। ਅਕਸਰ ਬੰਦਾ ਗੁੱਸੇ 'ਚ ਥੱਕ ਗਿਆ ਹੈ, ਮੈਂ ਗੁੱਸੇ 'ਚ ਆ ਗਿਆ, ਥੱਕ ਗਿਆ, ਬੰਦਾ ਥੱਕ ਕੇ ਐਸਾ ਗਲਤ ਕੰਮ ਕਰ ਦਿੰਦਾ, ਕਈ ਛਾਲਾ ਮਾਰ ਦਿੰਦੇ ਨੇ, ਹੈ ਕਈ ਕਿਸੇ ਨੂੰ ਕਹਿ ਦਿੰਦੇ ਨੇ ਵੀ ਖਤਮ ਹੋ ਗਿਆ, ਅੱਜ ਤੋਂ ਬਾਅਦ ਸਾਡਾ ਤੇਰਾ ਮੇਰਾ ਤਾਲੁਕਾਤ ਖਤਮ ਹੋ ਗਿਆ, ਗੁੱਸੇ 'ਚ ਆ ਕੇ ਤਾਂ ਨਿਕਲ ਜੋ ਬਾਹਰ ਕਰੋ, ਮੈਂ ਨਹੀਂ ਚੱਲਿਆ ਘਰੋਂ ਬਾਹਰ, ਆਹ ਕਰ ਲਿਆ, ਉਹ ਕਰ ਲਿਆ, ਹੈ ਨਾ, ਗਲਤ ਡਿਸੀਜਨ ਬੰਦਾ ਉਠਾ ਜਾਂਦਾ। ਸੋ ਗੁੱਸੇ ਨੂੰ ਥਾਂ ਨਾ ਦੇਈਏ ਪ੍ਰਭੂ ਦੇ ਨੂੰ। ਸੋ ਪ੍ਰਭੂ ਦਾ ਵਚਨ ਆਪਾਂ ਨੂੰ ਕਲੀ ਲਈ ਉਠਾਉਣਾ। ਤੁਹਾਨੂੰ ਯਾਦ ਹੋਏਗਾ ਕਿ ਮੂਸਾ ਨੇ ਪ੍ਰੋਮਿਸ ਲੈਂਡ ਤੋਂ ਹੱਥ ਧੋ ਲਏ ਸੀ ਗੁੱਸੇ 'ਚ ਆ ਕੇ। ਅਖੀਰ 'ਚ ਪਰਮੇਸ਼ਰ ਨੇ ਆਖਿਆ ਸੀਗਾ ਕਿ ਇਸ ਪੱਥਰ ਨੂੰ ਹੁਕਮ ਦੇ ਕਿ ਇਹ 'ਚ ਪਾਣੀ ਨਿਕਲੇ। ਮੂਸਾ ਨੇ ਚੱਕੀ ਡਾਂਗ ਤੇ ਚੱਕ ਕੇ ਡਾਂਗ ਹੀ ਪੱਥਰ ਤੇ ਮਾਰ ਦਿੱਤੀ ਸੀ, ਤੇ ਰੱਬ ਨੇ ਆਖਿਆ ਸੀਗਾ ਮੂਸਾ ਨੂੰ, ਮੂਸਾ ਇਹ ਜਿਹੜਾ ਪੱਥਰ ਹੈ ਕ੍ਰਾਈਸਟ ਨੂੰ ਰਿਪਰੈਜ਼ੈਂਟ ਕਰਦਾ ਸੀ, ਇਹਨੂੰ ਤੂੰ ਕਹਿਣਾ ਸੀਗਾ, ਬੋਲਣਾ ਸੀਗਾ ਕਿ ਪਾਣੀ ਦੇ, ਇਹਨੂੰ ਮਾਰਨਾ ਨਹੀਂ ਸੀਗਾ। ਸੋ ਰੱਬ ਨੇ ਕਿਹਾ ਮੂਸਾ ਨੂੰ, ਤੂੰ ਪ੍ਰੋਮਿਸ ਲੈਂਡ ਵਿੱਚ ਦਾਖਲ ਨਹੀਂ ਹੋ ਸਕੇਗਾ। ਜੇ ਤੁਸੀਂ ਗੁੱਸੇ ਗਿਲੇ 'ਚ ਰਹੋਗੇ, ਤੁਹਾਡੇ ਉੱਤੇ ਜਿਹੜੇ ਪ੍ਰੋਮਿਸਿਸ ਨੇ ਉਹ ਪੂਰੇ ਨਹੀਂ ਹੋਣਗੇ, ਜਿਹੜੇ ਵਾਅਦੇ ਨੇ ਰੱਬ ਦੇ ਤੁਹਾਡੇ ਉੱਤੇ ਪੂਰੇ ਨਹੀਂ ਹੋ ਸਕਣਗੇ, ਕਿਉਂਕਿ ਤੁਸੀਂ ਗੁੱਸੇ ਗਿਲੇ ਦੇ ਵਿੱਚ ਜ਼ਿਆਦਾ ਚਲੇ ਜਾਂਦੇ ਹੋ। ਇਹ ਚੌਥਾ ਕੌਨਸੀਕੁਐਂਸ ਸੀਗਾ। ਪੰਜਵਾਂ ਕੌਨਸੀਕੁਐਂਸ ਬੜਾ ਜ਼ਬਰਦਸਤ ਹੈਗਾ ਕਿ ਜੇ ਤੁਸੀਂ ਗੁੱਸੇ ਵਿੱਚ ਚਲੇ ਜਾਵੋ, ਗੁੱਸੇ 'ਚ ਜਾਣ ਦੇ ਨਾਲ ਤੁਹਾਡੀਆਂ ਜਿਹੜੀਆਂ ਪ੍ਰੇਅਰਸ ਹੈਗੀਆਂ ਨੇ ਉਹ ਕੰਮ ਨਹੀਂ ਕਰਨਗੀਆਂ, ਤੇ ਤੁਹਾਡੀ ਜਿਹੜੀ ਫੈਲੋਸ਼ਿਪ ਹੈਗੀ ਹੈ ਰੱਬ ਦੇ ਨਾਲ ਉਹ ਜੁੜੇਗੀ ਨਹੀਂ, ਜਾਣੀ ਕਿ ਰੱਬ ਦੇ ਨਾਲ ਤੁਹਾਡੀ ਟੱਕ ਨਹੀਂ ਲੱਗੇਗੀ, ਜਾਣੀ ਕਿ ਤੁਹਾਡੇ ਤੋਂ ਪ੍ਰੇ ਨਹੀਂ ਹੋਏਗੀ, ਤੁਹਾਡਾ ਦਿਲ ਨਹੀਂ ਲੱਗੇਗਾ ਦੁਆ ਦੇ ਵਿੱਚ, ਤੁਹਾਡੀ ਕਮਿਊਨੀਅਨ ਨਹੀਂ ਬਣੇਗੀ ਰੱਬ ਦੇ ਨਾਲ। ਪਹਿਲਾ ਪੱਤਰ ਚੈਪਟਰ 3 ਵਰਸ 7 ਕਹਿੰਦਾ ਆ ਆਦਮੀਆਂ ਨੂੰ ਕਿ ਪਤਿਓ ਤੁਸੀਂ ਆਪਣੀ ਪਤਨੀਆਂ ਦੇ ਨਾਲ ਐਸਾ ਵਿਵਹਾਰ ਕਰੋ, ਇੱਕ ਨਾਜ਼ੁਕ ਬਰਤਨ ਸਮਝ ਕੇ ਵਿਵਹਾਰ ਕਰੋ, ਉਹਨਾਂ ਦੇ ਨਾਲ ਸ਼ਾਂਤੀ ਦੇ ਵਿੱਚ ਬਤੀਤ ਕਰੋ, ਕਿਉਂਕਿ ਉਹਨਾਂ ਨਾਲ ਤੁਸੀਂ ਗੁੱਸੇ ਗਿਲੇ ਨਾ ਹੋਵੋ, ਨਹੀਂ ਤਾਂ ਤੁਹਾਡੀਆਂ ਦੁਆਵਾਂ ਦੇ ਵਿੱਚ ਅੜਚਨ ਪੈ ਸਕਦੀ ਹੈ। ਜਾਣੀ ਕਿ ਗੁੱਸੇ ਗਿਲੇ ਹੋਣ ਕਰਕੇ ਤੁਹਾਡੀਆਂ ਦੁਆਵਾਂ 'ਚ ਅੜਚਨਾਂ ਪੈ ਜਾਣਗੀਆਂ, ਤੁਹਾਡੀ ਫੈਲੋਸ਼ਿਪ 'ਚ ਅੜਚਨ ਪੈ ਜਾਏਗੀ, ਤੁਹਾਡੀ ਰੱਬ ਦੇ ਨਾਲ ਕਮਿਊਨੀਅਨ ਵਿੱਚ ਅੜਚਨ ਪੈ ਜਾਏਗੀ, ਤੁਸੀਂ ਪ੍ਰੇ ਨਹੀਂ ਕਰ ਸਕੋਗੇ, ਅੜਚਨ ਪੈ ਜਾਏਗੀ। ਸੋ ਜਿੰਨੇ ਵੀ ਭੈਣ ਭਰਾ ਸੇਵਾ 'ਚ ਨੇ, ਲੀਡਰਸ ਨੇ, ਮੈਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੁੰਦਾ ਹਾਂ, ਕੁਝ ਵੀ ਹੋ ਜੇ ਆਪਣੇ ਘਰ ਦੇ ਵਿੱਚ ਬੱਚੇ ਦੇ ਨਾਲ ਬੈਠੇ ਹੋ, ਹਸਬੈਂਡ ਵਾਈਫ ਦੇ ਨਾਲ ਬੈਠੇ ਹੋ, ਕੰਮ ਤੇ ਹੋ, ਤੁਸੀਂ ਚੁੱਪ ਧਰ ਲੈਣੀ ਆ, ਗੁੱਸੇ ਨੂੰ ਥਾਂ ਨਹੀਂ ਦੇਣਾ, ਕਿਉਂਕਿ ਆਪਾਂ ਨੂੰ ਪਤਾ ਹੈ ਸਾਡੇ ਵਾਸਤੇ ਪਰਮੇਸ਼ਰ ਦੀ ਹਜ਼ੂਰੀ ਬਹੁਤ ਕੀਮਤੀ ਆ, ਪਰਮੇਸ਼ਰ ਦਾ ਮਸਾ ਬਹੁਤ ਕੀਮਤੀ ਆ, ਪਵਿੱਤਰ ਆਤਮਾ ਬਹੁਤ ਕੀਮਤੀ ਆ, ਹੈ ਆਪਣਾ ਜਿਹੜਾ ਕੰਮ ਆ, ਆਪਣੀ ਜਿਹੜੀ ਸੇਵਾ ਆ, ਜਿਸ ਦੇ ਨਾਲ ਰੱਬ ਨੇ ਆਪਾਂ ਨੂੰ ਅਨੋਇੰਟ ਕੀਤਾ ਹੋਇਆ ਆ, ਇਸ ਅਨੋਇੰਟਿੰਗ ਸਾਡੇ ਵਾਸਤੇ ਇਹ ਅਨੋਇੰਟਿੰਗ ਬਹੁਤ ਹੀ ਜ਼ਿਆਦਾ ਕੀਮਤੀ ਆ। ਗੁੱਸੇ ਨਾ ਹੋਈਏ ਤਾਂ ਕਿ ਆਪਣੀਆਂ ਪ੍ਰੇਰਨਾ 'ਚ ਅੜਚਨ ਨਾ ਪਵੇ, ਗੁੱਸੇ ਨਾ ਹੋਈਏ ਤਾਂ ਕਿ ਆਪਣੀ ਰੱਬ ਦੇ ਨਾਲ ਫੈਲੋਸ਼ਿਪ ਦੇ ਵਿੱਚ, ਆਪਣੀ ਅਨੋਇੰਟਿੰਗ ਦੇ ਵਿੱਚ ਅੜਚਨ ਨਾ ਪਵੇ। ਮੈਂ ਤੇ ਜੇ ਆਪਾਂ ਅਨੋਇੰਟਿੰਗ 'ਚ ਬਣੇ ਹੋਏ ਹਾਂ, ਆਪਾਂ ਪਾਵਰ 'ਚ ਬਣੇ ਹੋਏ ਹਾਂ, ਆਪਾਂ ਸਟਰੈਂਥ ਵਿੱਚ ਬਣੇ ਹੋਏ ਹਾਂ, ਤਾਂ ਪ੍ਰਭੂ ਦੇ ਬਿਨਾਂ ਆਪਾਂ ਸੇਵਾ 'ਚ ਅੱਗੇ ਵੱਧ ਜਾਵਾਂਗੇ। ਯਾਦ ਰੱਖੋ ਪ੍ਰਭੂ ਯਿਸੂ ਨੇ ਕਿਹਾ ਸੀ, ਗੋਲਡਨ ਰੂਲ ਆ ਜੀ, ਪ੍ਰਭੂ ਨੇ ਕਿਹਾ ਸੀ ਜਿਹੜਾ ਮੇਰੇ ਪਿੱਛੇ ਨਾ ਚਾਹੇ, ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਸਲੀਬ ਉਠਾਵੇ, ਰੋਜ਼ਾਨਾ ਤੇ ਮੇਰੇ ਪਿੱਛੇ ਆਵੇ। ਜੇ ਤੁਸੀਂ ਹਰ ਦਿਨ ਮਰ ਕੇ ਪ੍ਰਭੂ ਦੇ ਪਿੱਛੇ ਜਾਓਗੇ ਨਾ, ਤੁਹਾਨੂੰ ਕੋਈ ਚੀਜ਼ ਗੁੱਸਾ ਨਹੀਂ ਹੋਣ ਦੇਵੇਗੀ, ਕਿ ਤੁਸੀਂ ਕਹਿ ਦੇਗੇ ਮੈਂ ਤਾਂ ਮਰਿਆ ਹੋਇਆ, ਕੋਈ ਮਰਜ਼ੀ ਕੁਛ ਕਹਿ ਦੇ ਮੈਨੂੰ, ਕੋਈ ਮਰਜ਼ੀ ਤੂੰ ਕੁਛ ਬੋਲ ਦੇ ਮੈਨੂੰ, ਮੈਂ ਤਾਂ ਮਰਿਆ ਹੋਇਆ। ਮੈਂ ਤਾਂ ਕਹਾਂਗਾ ਪ੍ਰਭੂ ਜੀ ਤੇਰੀ ਮਰਜ਼ੀ ਪੂਰੀ ਹੋਵੇ, ਸ਼ਾਂਤੀ ਬਣੀ ਰਹੇ, ਖੁਸ਼ੀ ਬਣੀ ਰਹੇ। ਸੋ ਇਹ ਤਾਂ ਸੀਗਾ ਪ੍ਰਭੂ ਦੇ ਆਪਣਾ ਪੰਜਵਾਂ ਪੁਆਇੰਟ ਜਿਹੜਾ ਮੈਂ ਤੁਹਾਨੂੰ ਸ਼ੇਅਰ ਕੀਤਾ। ਰੋਮਨਸ ਚੈਪਟਰ 12 ਵਰਸ 18 ਦੇ ਵਿੱਚ ਪੌਲੁਸ ਕਹਿੰਦਾ ਆ, ਜਿੱਥੇ ਤੀਕਰ ਹੋ ਸਕੇ ਭੈਣੋ ਤੇ ਭਰਾਵੋ ਸਭ ਦੇ ਨਾਲ ਸ਼ਾਂਤੀ ਦੇ ਵਿੱਚ ਰਹਿਣਾ ਪਸੰਦ ਕਰੋ, ਸ਼ਾਂਤੀ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। ਰੋਮਨਸ ਚੈਪਟਰ 12 ਵਰਸ 18 ਵਿੱਚ ਲਿਖਿਆ ਹੈ, ਜਿੱਥੇ ਤੱਕ ਹੋ ਸਕੇ ਸਭ ਦੇ ਨਾਲ ਸ਼ਾਂਤੀ ਦੇ ਵਿੱਚ ਰਹੋ। ਆਖਿਰ ਦੇ ਵਿੱਚ ਮੈਂ ਤੁਹਾਨੂੰ ਇੱਕ ਲਾਸਟ ਗੱਲ ਦੱਸਣਾ ਚਾਹੁੰਦਾ ਹੈਗਾ। ਗੂਗਲ ਦੱਸਦੇ ਨੇ ਆਪਾਂ ਨੂੰ, ਮਿਸਟਰ ਗੂਗਲ, ਕਿ ਜਿਹੜਾ ਬੰਦਾ ਜ਼ਿਆਦਾ ਗੁੱਸਾ ਕਰਦਾ ਹੈ ਨਾ, ਉਹ 3000 ਟਾਈਮਸ ਛੇਤੀ ਬੁਰਾ ਹੋ ਜਾਏਗਾ।
ਬੁਢਾਪਾ ਉਹਦੇ ਜ਼ਿੰਦਗੀ ਦੇ ਵਿੱਚ 3000 ਟਾਈਮਸ ਛੇਤੀ ਆ ਜਾਏਗਾ। ਸੋ ਜਿੰਨਾ ਜ਼ਿਆਦਾ ਤੁਸੀਂ ਗੁੱਸੇ ਦੇ ਵਿੱਚ ਰਹੋਗੇ ਉਨਾ ਜ਼ਿਆਦਾ ਤੁਸੀਂ ਬੁਢਾਪੇ ਵੱਲ ਚਲੇ ਜਾਓਗੇ। ਆਮ ਤੌਰ ਤੇ ਉਹ ਲੋਕ ਜਿਹੜੇ ਖਿੜੇ ਹੋਏ ਹੁੰਦੇ ਨੇ, ਆਮ ਤੌਰ ਤੇ ਲੋਕ ਜਿਹੜੇ ਸ਼ਾਂਤੀ 'ਚ ਹੁੰਦੇ ਨੇ, ਆਮ ਤੌਰ ਤੇ ਲੋਕ ਜਿਹੜੇ ਪਿਆਰ ਦੇ ਵਿੱਚ ਹੁੰਦੇ ਨੇ, ਤੁਸੀਂ ਦੇਖੋਗੇ ਉਹ ਬਿਲਕੁਲ ਵੀ ਉਹਨਾਂ ਦੇ ਨੇੜੇ ਦੇ ਬੁਢਾਪਾ ਨਹੀਂ ਹੈਗਾ। ਉਹ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਣਗੇ। ਉਹ ਹਮੇਸ਼ਾ ਉਹਨਾਂ ਦੇ ਚਿਹਰੇ ਤੇ ਪਰਮੇਸ਼ਰ ਦਾ ਨੂਰ ਚਮਕੇਗਾ ਤੇ ਪਰਮੇਸ਼ਰ ਦੀ ਕਿਰਪਾ ਛਾਈ ਰਹੇਗੀ। ਕਹਿੰਦੇ ਨੇ ਜਦੋਂ ਕੋਈ ਬੰਦਾ ਗੁੱਸਾ ਹੁੰਦਾ ਨਾ, ਸ਼ਾਇਦ ਗੁੱਸਾ 2-4 ਮਿੰਟ, 5 ਮਿੰਟ, 10 ਮਿੰਟ ਜਾਵੇ, ਲੇਕਿਨ ਜਦੋਂ ਹੀ ਬੰਦਾ ਗੁੱਸਾ ਹੁੰਦਾ ਉਹਦਾ ਹਾਰਟ ਬੀਟ ਕਹਿੰਦੇ ਨੇ 180 ਤੇ ਚਲੇ ਜਾਂਦਾ। ਨੋਰਮਲ ਆਪਣਾ ਹਾਰਟ ਬੀਟ 60-70 ਤੇ ਜਾਂਦਾ ਹੁੰਦਾ। ਗੁੱਸੇ ਹੋਣ ਦੇ ਨਾਲ ਹੀ ਤੁਹਾਡਾ ਹਾਰਟ ਐਂ ਰਫ਼ਤਾਰ ਨਾਲ ਭੱਜੇਗਾ ਜਿੱਦਾਂ ਟ੍ਰੇਨ ਚੱਲਦੀ ਹੋਵੇ, ਕੋਈ ਫਾਸਟ ਬੁਲਟ ਟ੍ਰੇਨ ਚੱਲਦੀ ਹੋਵੇ। ਤੁਹਾਡਾ ਹਾਰਟ ਬੀਟ ਵੱਧ ਕੇ ਲੋਕਾਂ ਦਾ 180 ਤੱਕ ਪਹੁੰਚ ਜਾਂਦਾ ਪਰ ਮਿੰਟ। ਦੇਖ ਲਓ ਕਿੰਨਾ ਤੁਹਾਡਾ ਗੁੱਸੇ ਹੋਣ ਦੇ ਨਾਲ ਤੁਹਾਡਾ ਦਿਲ ਦੀ ਧੜਕਨ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ, ਵੀ ਡਬਲ ਹੋ ਗਈ, ਤਕਰੀਬਨ 80 ਚਲੀ ਗਈ। ਤੇ ਜਿਹੜਾ ਬਲੱਡ ਪ੍ਰੈਸ਼ਰ ਹੈ ਤੁਹਾਡਾ, ਉਹ ਨਾਰਮਲ ਜਿਹੜਾ ਹੁੰਦਾ ਬਲੱਡ ਪ੍ਰੈਸ਼ਰ 220 ਜਾਂ 230, 120 ਜਾਂ 130 ਤੋਂ ਜੰਪ ਕਰਕੇ ਲੋਕਾਂ ਦਾ ਬਲੱਡ ਪ੍ਰੈਸ਼ਰ 220/130 ਵੀ ਚਲਾ ਜਾਂਦਾ ਆ। 200 ਤੋਂ ਉੱਤੇ, ਥੱਲੇ ਵਾਲਾ 100 ਤੋਂ ਉੱਤੇ ਬਲੱਡ ਪ੍ਰੈਸ਼ਰ। ਤੇ ਮੈਂ ਤੁਹਾਨੂੰ ਦੱਸਾਂ, ਗੁੱਸੇ ਹੋਣ ਤੋਂ ਬਾਅਦ, ਗੂਗਲ ਕਹਿੰਦਾ ਗੁੱਸੇ ਹੋਣ ਤੋਂ ਬਾਅਦ ਜਿਹੜੇ 2 ਘੰਟੇ ਤੁਹਾਡੇ ਸਾਹਮਣੇ ਨੇ ਨਾ, ਇਹ 2 ਘੰਟੇ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਡੇਂਜਰਸ ਨੇ। ਜੇ ਕੋਈ ਕਿਸੇ ਤਰੀਕੇ ਦਾ ਕੋਈ ਸਿਚੁਏਸ਼ਨ ਆ ਗਈ, ਕੋਈ ਕਿਸੇ ਤਰੀਕੇ ਦੀ ਕੋਈ ਕੰਡੀਸ਼ਨ ਖੜੀ ਹੋ ਜਾਏ, ਕਿਸੇ ਤਰ੍ਹਾਂ ਦਾ ਸ਼ੈਤਾਨੀ ਕੋਈ ਹਮਲਾ ਹੋ ਜਾਏ, ਕੋਈ ਅਟੈਕ ਹੋ ਜਾਏ ਤੁਹਾਡੇ ਸਰੀਰ ਦੇ ਉੱਤੇ, ਤੁਹਾਡੇ ਦਿਲ ਦੇ ਉੱਤੇ, ਇਹਨਾਂ 2 ਘੰਟਿਆਂ ਦੇ ਵਿੱਚ ਹੋ ਸਕਦਾ ਹੈ। ਦੇਖ ਲਓ, ਗੁੱਸੇ ਕਰਨ ਤੋਂ 2 ਘੰਟੇ ਬਾਅਦ, 2 ਘੰਟੇ ਬੜੇ ਨਾਜ਼ੁਕ ਨੇ, ਬੜੇ ਡੇਂਜਰਸ ਨੇ ਤੁਹਾਡੇ ਵਾਸਤੇ। ਕਿਉਂ? ਕਿਉਂਕਿ ਤੁਹਾਡਾ ਸਾਰਾ ਸਿਸਟਮ ਹਿਲ ਚੁੱਕਿਆ ਹੈ, ਕਿ ਤੁਹਾਡਾ ਸਾਰਾ ਢਾਂਚਾ ਹਿਲ ਚੁੱਕਿਆ ਹੈ। ਤੁਹਾਡਾ ਹਾਰਟ ਇੰਨੀ ਦੱਬ ਕੇ ਬਲੱਡ ਨੂੰ ਪੰਪ ਕਰ ਰਿਹਾ ਹੈ, ਤੁਹਾਡੇ ਮਸਲ 'ਚ ਭੇਜ ਰਿਹਾ ਆ, ਤਾਂ ਕਿ ਤੁਸੀਂ ਗੁੱਸੇ ਦੇ ਨਾਲ ਤੁਹਾਡੇ ਮਸਲ ਤਿਆਰ ਹੋ ਜਾਂਦੇ ਨੇ ਲੜਨ ਦੇ ਵਾਸਤੇ। ਕੋਈ ਐਸੀ ਸਿਚੁਏਸ਼ਨ ਆ ਜਾਵੇ ਉਹਦੇ ਲਈ ਤਿਆਰ ਹੋ ਜਾਣ, ਤੁਹਾਡੀ ਸਾਰੀ ਬੋਡੀ ਹਿਲ ਜਾਂਦੀ ਹੈ ਗੁੱਸੇ ਦੇ ਨਾਲ। ਦੇਖ ਲਓ ਸੀ ਉਹ ਤੋਂ ਬਾਅਦ ਕੀ ਹੁੰਦਾ, 2-4 ਘੰਟੇ ਦੇ ਬਾਅਦ ਤੁਹਾਡੇ ਉੱਤੇ ਇੱਕ ਡਿਪਰੈਸ਼ਨ ਛਾ ਜਾਏਗਾ, ਤੁਹਾਡੇ ਉੱਤੇ ਇੱਕ ਉਦਾਸੀ ਛਾ ਜਾਏਗੀ। ਹੋਇਆ ਕੋਈ ਜਿਹੜਾ ਗੁੱਸਾ ਕਰਨ ਤੋਂ ਬਾਅਦ ਖਿੰਡਿਆ ਹੋਇਆ ਹੋਵੇ, ਹਾਏ ਬਾਅਦ ਛਾਲ ਮਾਰਦਾ ਹੈ, ਬਾਅਦ ਖੁਸ਼ੀ ਦੇ ਨਾਲ ਘੁੰਮ ਰਿਹਾ ਹੋਵੇ, ਹਾਂ ਹਾਂਜੀ ਕੀ ਹਾਲ ਹੈ, ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ, ਨਹੀਂ, ਮੁਰਝਾ ਜਾਏਗਾ ਉਹਦਾ ਚਿਹਰਾ, ਮੁਰਝਾ ਜਾਏਗਾ ਉਹਦੀ ਜ਼ਿੰਦਗੀ, ਮੁਰਝਾ ਜਾਏਗੀ, ਉਹਦੇ ਤੇ ਡਿਪਰੈਸ਼ਨ ਆ ਜਾਏਗਾ, ਬਾਅਦ 'ਚ ਓਪਰੇਸ਼ਨ ਆ ਜਾਏਗਾ। ਇਹ ਤਾਂ ਕਲੀਅਰ ਹੀ ਪਤਾ ਲੱਗਦਾ ਵੀ ਜਿਹੜਾ ਗੁੱਸਾ ਜਿਹੜਾ ਆ ਰੱਬ ਵੱਲੋਂ ਨਹੀਂ ਗਾ, ਆਪਾਂ ਨੂੰ ਪਾਉਂਦਾ ਨਹੀਂ ਗਾ। ਆਓ ਸ਼ਾਂਤੀ ਦੇ ਵਿੱਚ ਰਹੀਏ, ਆਓ ਖੁਸ਼ੀ ਦੇ ਵਿੱਚ ਰਹੀਏ। ਵਿਸ਼ਵਾਸੀ ਹੋਣ ਦੇ ਨਾਤੇ, ਪ੍ਰਭੂ ਯਿਸੂ ਮਸੀਹ ਜੀ ਦੇ ਪੁੱਤਰ ਤੇ ਧੀਆਂ ਹੋਣ ਦੇ ਨਾਤੇ, ਪ੍ਰਭੂ ਯਿਸੂ ਮਸੀਹ ਜੀ ਦੇ ਸੇਵਕ ਹੋਣ ਦੇ ਨਾਤੇ, ਗੁੱਸੇ ਗਿਲੇ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਨਾ ਦਈਏ, ਤਾਂ ਕਿ ਬਰਕਤਾਂ ਹਾਸਲ ਕਰਦੇ ਰਹੀਏ, ਜਿਹੜੀਆਂ ਬਰਕਤਾਂ ਰੋਜ਼ਾਨਾ ਆਪਣੇ ਜੀਵਨ ਦੇ ਵਿੱਚ ਆ ਰਹੀਆਂ ਨੇ ਤੇ ਆਉਣਗੀਆਂ। ਪ੍ਰਭੂ ਦਾ ਵਚਨ ਦੱਸਦਾ ਹੈ। ਪਰਮੇਸ਼ਰ ਪਿਤਾ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੀ ਹਜ਼ੂਰੀ ਵਿੱਚ ਆਉਂਦੇ ਹਾਂ। ਪ੍ਰਭੂ ਜੀ, ਮੈਂ ਵੀ ਆਪਣੀ ਜ਼ਿੰਦਗੀ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੁੰਦਾ ਹਾਂ। ਜਿੰਨੇ ਭੈਣ ਭਰਾ ਆਏ ਵਚਨ ਨੂੰ ਸੁਣ ਰਹੇ ਨੇ, ਉਹਨਾਂ ਨੂੰ ਮੈਂ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣਾ ਚਾਹੁੰਦਾ ਹਾਂ। ਅੱਜ ਅਸੀਂ ਦੁਆ ਕਰਦੇ ਹਾਂ ਪ੍ਰਭੂ ਜੀ, ਸਭ ਤੋਂ ਪਹਿਲਾਂ ਮਾਫੀ ਮੰਗਣਾ ਚਾਹੁੰਦੇ ਹਾਂ। ਮਾਫ ਕਰ ਦਿਓ ਪਰਮੇਸ਼ਰ ਪਿਤਾ, ਕਿਉਂਕਿ ਬਹੁਤ ਦਫਾ ਅਸੀਂ ਬੜੀ ਛੇਤੀ ਈਜ਼ੀਲੀ ਗੁੱਸੇ ਗਿਲੇ ਵਿੱਚ ਚਲੇ ਜਾਂਦੇ ਹਾਂ, ਨਾਰਾਜ਼ ਹੋ ਜਾਂਦੇ ਹਾਂ। ਪ੍ਰਭੂ ਜੀ ਮਾਫ ਕਰ ਦਿਓ ਸਾਨੂੰ। ਅੱਜ ਤੁਸੀਂ ਆਪਣਾ ਪਵਿੱਤਰ ਆਤਮਾ ਸਾਨੂੰ ਦੇਵੋ, ਪਵਿੱਤਰ ਆਤਮਾ ਦਾ ਸਹਾਰਾ ਦੇਵੋ, ਪਵਿੱਤਰ ਆਤਮਾ ਦੀ ਹਜ਼ੂਰੀ ਦੇਵੋ, ਤਾਕਤ ਦੇਵੋ, ਮਦਦਗਾਰ ਸਾਡੀ ਮਦਦ ਕਰੇ ਸਾਡੀਆਂ ਕਮਜ਼ੋਰੀਆਂ ਦੇ ਵਿੱਚ, ਤਾਂ ਕਿ ਅੱਜ ਤੋਂ ਬਾਅਦ ਅਸੀਂ ਗੁੱਸੇ ਗਿਲੇ ਨੂੰ, ਆਪਣੇ ਜੀਵਨ ਦੇ ਵਿੱਚ ਨਫ਼ਰਤ ਨੂੰ, ਈਰਖਾ ਨੂੰ ਥਾਂ ਨਾ ਦੇਈਏ, ਬਲਕਿ ਆਪਣੇ ਜੀਵਨ ਨੂੰ ਤੁਹਾਡੀ ਸ਼ਾਂਤੀ ਨਾਲ, ਤੁਹਾਡੀ ਖੁਸ਼ੀ ਨਾਲ, ਤੁਹਾਡੀ ਤਾਕਤ ਨਾਲ, ਤੁਹਾਡੀ ਹਜ਼ੂਰੀ ਨਾਲ, ਤੁਹਾਡੇ ਮਸਾ ਨਾਲ, ਤੁਹਾਡੀ ਅਥਾਰਟੀ ਨਾਲ ਭਰਦੇ ਰਹੀਏ, ਭਰਦੇ ਜਾਈਏ। ਪਰਮੇਸ਼ਰ ਦਾ ਨਾਮ ਉੱਚਾ ਕਰਦੇ ਰਹੀਏ, ਜਾਨਾਂ ਬਚਾਉਂਦੇ ਰਹੀਏ, ਤੇ ਰੱਬ ਦੀ ਉਹ ਮਰਜ਼ੀ ਜਿਹੜੀ ਸਾਡੇ ਜੀਵਨਾਂ 'ਤੇ ਆ ਉਹ ਪੂਰੀ ਕਰਦੇ ਰਹੀਏ। ਯਿਸੂ ਮਸੀਹ ਜੀ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ, ਆਮੀਨ, ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ। God bless you
in the name of Jesus Christ. ਪ੍ਰਭੂ ਦਾ ਵਚਨ ਕਹਿੰਦਾ ਆ, rejoice. Again, I say unto you, rejoice. Amen.